ਮੁੱਢ ਕਦੀਮ ਤੋਂ ਜਦੋਂ ਤੋਂ ਉਸ ਕਾਦਰ ਨੇ ਇਹ ਸੋਹਣੀ ਕੁਦਰਤ ਨੂੰ ਸਾਜ਼ਿਆ ਹੈ, ਇਨਸਾਨ ਨੂੰ ਸਭ ਚੀਜ਼ਾਂ ਮਾਨਣ ਦਾ ਬਲ ਬਖਸ਼ਿਆ ਹੈ, ਉਸ ਸਮੇਂ ਤੋਂ ਲੈ ਕੇ ਇਨਸਾਨ ਦੀਆਂ ਜ਼ਰੂਰਤਾਂ ਬਦਲਦੀਆਂ ਗਈਆਂ। ਪਹਿਲੇ ਸਿਰਫ ਖਾਣ ਦੀ ਹੀ ਜ਼ਰੂਰਤ ਸੀ, ਫਿਰ ਅਸੀਂ ਪਹਿਨਣ ਵੀ ਲੱਗੇ ਔਰ ਉਹਦੇ ਨਾਲ ਨਾਲ ਫਿਰ ਅਸੀਂ ਇੱਕ ਪੱਕੀ ਠੌਰ ਵੀ ਆਪਣੀ ਬਣਾ ਲਈ। ਔਰ ਫਿਰ ਸਭਿਅਤਾ ਦੇ ਵਿਕਾਸ ਦੇ ਨਾਲ ਨਾਲ ਇਹ ਮਹਿਸੂਸ ਕੀਤਾ ਗਿਆ ਕਿ ਅੱਜ ਵੀ ਇਨਸਾਨ ਦੀਆਂ ਮੁੱਢਲੀਆਂ ਜ਼ਰੂਰਤਾਂ ਉਹੀ ਨੇ, ਕੁੱਲੀ, ਗੁੱਲੀ ਅਤੇ ਜੁੱਲੀ। ਔਰ ਇਹਨਾਂ ਚੀਜ਼ਾਂ ਨੂੰ ਪੂਰਾ ਕਰਨ ਦੇ ਲਈ ਸਾਨੂੰ ਜ਼ਰੂਰਤ ਹੁੰਦੀ ਹੈ ਅਜੋਕੇ ਸਮਾਜ ਦੇ ਵਿੱਚ ਰੁਜ਼ਗਾਰ ਦੀ। ਔਰ ਰੁਜ਼ਗਾਰ ਸਿੱਖਿਆ ਤੋਂ ਬਿਨਾਂ ਨਹੀਂ ਆ ਸਕਦਾ। ਔਰ ਸਿੱਖਿਆ ਵੀ ਉਹ ਜਿਹਦਾ ਅੱਜ ਹੋਰ ਵਿਸਤਾਰ ਹੋ ਕੇ ਇੱਕ ਨਵਾਂ ਰੂਪ ਸਾਡੇ ਸਾਹਮਣੇ ਆ ਚੁੱਕਿਆ ਹੈ, ਕਿੱਤਾ ਮੁਖੀ ਸਿੱਖਿਆ। ਦਰਸ਼ਕੋ, ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ 'ਤੇ ਸਾਡੀਆਂ ਲੜਕੀਆਂ ਦੇ ਲਈ ਕਿੱਤਾ ਮੁਖੀ ਸਿੱਖਿਆ ਦੇ ਵਿੱਚ ਕੀ ਮੌਕੇ ਨੇ, ਕੀ ਰੁਜ਼ਗਾਰ ਹੈ, ਕੀ ਸੰਭਾਵਨਾਵਾਂ ਨੇ, ਔਰ ਹੋਰ ਵੀ ਬਹੁਤ ਸਾਰੇ ਸਵਾਲ, ਉਹਨਾਂ ਦਾ ਜਵਾਬ ਅਸੀਂ ਤਲਾਸ਼ਣ ਦੀ ਕੋਸ਼ਿਸ਼ ਕਰਾਂਗੇ। ਔਰ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਅੱਜ ਸਾਡੇ ਸਟੂਡੀਓ ਦੇ ਵਿੱਚ ਖਾਸ ਤੌਰ 'ਤੇ ਉਚੇਚੇ ਤੌਰ 'ਤੇ ਸਾਡੇ ਕੋਲ ਪਹੁੰਚੇ ਨੇ ਲਾਇਲਪੁਰ ਖਾਲਸਾ ਕਾਲਜ ਫਾਰ ਵੂਮਨ ਤੋਂ ਮੈਡਮ ਪ੍ਰਿੰਸੀਪਲ ਡਾਕਟਰ ਨਵਜੋਤ ਕੌਰ ਜੀ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਪਹਿਲੇ ਤਾਂ। ਬਹੁਤ ਬਹੁਤ ਸ਼ੁਕਰੀਆ ਦੂਰਦਰਸ਼ਨ ਦੇ ਵਿਹੜੇ ਦੇ ਵਿੱਚ। ਔਰ ਤੁਸੀਂ ਕਿਉਂਕਿ ਇੰਨਾ ਸਮਾਂ ਲੜਕੀਆਂ ਦੇ ਨਾਲ ਉਹਨਾਂ ਨੂੰ ਪੜ੍ਹਾਇਆ ਵੀ ਹੈ, ਸਿੱਖਿਆ ਵੀ ਦਿੱਤੀ ਹੈ, ਗਿਆਨ ਦਾ ਤੀਜਾ ਨੇਤਰ ਤੁਸੀਂ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹੋ। ਔਰ ਸਿੱਖਿਆ ਦੇ ਇਸ ਪ੍ਰਸਾਰੇ ਦੇ ਨਾਲ ਨਾਲ ਤੁਸੀਂ ਅੱਜ ਉਸ ਫੇਜ਼ ਨੂੰ ਵੀ ਦੇਖ ਰਹੇ ਹੋ, ਉਸ ਸਮੇਂ ਨੂੰ ਵੀ ਹੰਢਾ ਰਹੇ ਹੋ ਜਿਹਦੇ 'ਚ ਸਿੱਖਿਆ ਦਾ ਹੀ ਇੱਕ ਅਗਲਾ ਪੜਾਅ ਜਾਂ ਉਹਦੇ ਨਾਲ ਹੀ ਜੁੜਿਆ ਹੋਇਆ ਹਿੱਸਾ ਜੁੜ ਗਿਆ ਵੀ ਕਿੱਤਾ ਮੁਖੀ ਸਿੱਖਿਆ। ਪਹਿਲੇ ਤਾਂ ਮੇਰੇ ਖਿਆਲ 'ਚ ਅਸੀਂ ਇਸ ਗੱਲ 'ਤੇ ਨਜ਼ਰਸਾਨੀ ਕਰੀਏ ਵੀ ਕਿੱਤਾ ਮੁਖੀ ਸਿੱਖਿਆ ਹੈ ਕੀ। ਗੁਰਵਿੰਦਰ, ਕਿੱਤਾ ਮੁਖੀ ਸਿੱਖਿਆ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਾਂਗੀ ਕਿ ਸਿੱਖਿਆ ਜਿਹੜੀ ਹੈ, ਸਿੱਖਿਆ ਹਾਸਲ ਕਰਨਾ ਉਹ ਬੁਨਿਆਦੀ ਹੱਕ ਹੈ ਜਿਹੜਾ ਹੋਰ ਸਾਰੇ ਹੱਕ ਹਾਸਲ ਕਰਨ ਦੇ ਕਾਬਲ ਬਣਾਉਂਦਾ ਹੈ। ਹਾਂ। ਔਰ ਕਿੱਤਾ ਮੁਖੀ ਸਿੱਖਿਆ ਦੀ ਤੁਸੀਂ ਗੱਲ ਕੀਤੀ, ਕਿੱਤਾ ਮੁਖੀ ਸਿੱਖਿਆ ਤੋਂ ਭਾਵ ਹੈ ਕਿ ਕਿਸੇ ਵੀ ਵਿਦਿਆਰਥੀ ਨੂੰ ਪ੍ਰੈਕਟੀਕਲੀ ਇੰਨਾ ਕੁ ਸਕਿਲਡ ਕਰ ਦਿਓ ਕਿ ਉਹ ਪਹਿਲੇ ਦਿਨ ਤੋਂ ਹੀ, ਜਦੋਂ ਉਹਦੀ ਪੜ੍ਹਾਈ ਖਤਮ ਹੋਵੇ ਉਸੇ ਦਿਨ ਤੋਂ ਹੀ ਉਹ ਇੰਨੀ ਮੁਹਾਰਤ ਹਾਸਲ ਕਰ ਲਵੇ, ਆਪਣੇ ਪੇਸ਼ੇ ਦੇ ਵਿੱਚ ਇੰਨਾ ਨਿਪੁੰਨ ਹੋ ਜਾਵੇ ਕਿ ਉਸੇ ਦਿਨ ਹੀ ਉਹ ਰੁਜ਼ਗਾਰ ਮੁਖੀ ਹੋ ਜਾਵੇ। ਔਰ ਉਹਨੂੰ ਕਿਤੇ ਵੀ ਕਦੀ ਵੀ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਨੌਕਰੀ ਦੀ ਉਡੀਕ ਨਾ ਕਰਨੀ ਪਵੇ, ਔਰ ਨਾ ਹੀ ਨੌਕਰੀ ਮਿਲਣ ਤੋਂ ਬਾਅਦ ਆਪਣਾ ਸਮਾਂ ਜਿਹੜਾ ਉਹ ਟ੍ਰੇਨਿੰਗਸ ਦੇ ਵਿੱਚ ਜਾਇਆ ਕਰਨਾ ਪਵੇ। ਇਹ ਕਿੱਤਾ ਮੁਖੀ ਕੋਰਸਿਸ ਜਿਹੜੇ ਹੈ ਉਹਨਾਂ ਦੀ ਖੂਬਸੂਰਤੀ ਹੈ। ਅੱਛਾ, ਸਾਡੇ ਕੋਲ ਇੱਕ ਰਵਾਇਤੀ ਸਿੱਖਿਆ ਤਾਂ ਆਲਰੇਡੀ ਇੱਕ ਸੀਗੀ ਉਹਦੇ ਨਾਲ ਸਾਨੂੰ ਹੁਣ ਕਿੱਤਾ ਮੁਖੀ ਸਿੱਖਿਆ ਸੁਣਨ ਨੂੰ ਮਿਲਦੀ ਹੈ, ਜਿਹਦਾ ਕਿ ਬਹੁਤ ਸਾਰੇ ਲੋਕ ਜਿਹੜਾ ਨੇ ਉਹ ਕਰ ਵੀ ਰਹੇ ਨੇ, ਲਾਭ ਵੀ ਲੈ ਰਹੇ ਨੇ। ਅਸਲ 'ਚ ਕੀ ਲੱਗਦਾ ਹੈ ਕਿ ਲੋੜ ਕੀ ਸੀ? ਕੀ ਸਾਡੀ ਜਨਸੰਖਿਆ ਇੰਨੀ ਵੱਧ ਗਈ ਸੀ ਵੀ ਸਾਨੂੰ ਕਿੱਤਾ ਮੁਖੀ ਸਿੱਖਿਆ ਦੇ ਵਾਲੇ ਪਾਸੇ ਹੋਣਾ ਪਿਆ, ਜਾਂ ਤੁਹਾਡੀ ਨਜ਼ਰ ਦੇ ਵਿੱਚ ਕੀ ਐਸੇ ਨੁਕਤੇ ਨੇ ਜਿਨ੍ਹਾਂ ਦੇ ਕਰਕੇ ਸਾਨੂੰ ਕਿੱਤਾ ਮੁਖੀ ਸਿੱਖਿਆ ਵਾਲੇ ਪਾਸੇ ਨੂੰ ਚੱਲਣਾ ਪਿਆ? ਤੁਸੀਂ ਦੇਖ ਰਹੇ ਹੋ ਕਿ ਸਮਾਂ ਕਿੰਨੀ ਤੇਜ਼ੀ ਨਾਲ ਬਦਲ ਰਿਹਾ। ਬਿਲਕੁਲ। ਔਰ ਜਿਹੜੀਆਂ ਲੇਟੈਸਟ ਟੈਕਨੀਕਸ ਹੈ, ਜਿਹੜੇ ਲੇਟੈਸਟ ਟ੍ਰੈਂਡਸ ਹੈ, ਕਈ ਵਾਰੀ ਉਹਨਾਂ ਦੇ ਅਨੁਸਾਰ ਸਿਲੇਬਸ ਚੇਂਜ ਕਰਨ 'ਚ ਸਮਾਂ ਲੱਗ ਜਾਂਦਾ ਹੈ। ਔਰ ਜਿਹੜੀ ਕਿੱਤਾ ਮੁਖੀ ਕੋਰਸਿਸ ਜਿਹੜੇ ਹੈ ਇਹ ਲੇਟੈਸਟ ਟੈਕਨੀਕਸ ਤੇ ਟ੍ਰੈਂਡਸ ਦੇ ਨਾਲ ਰੂਬਰੂ ਕਰਾਉਂਦੇ ਆ ਨਵੀਂ ਪੀੜ੍ਹੀ ਨੂੰ, ਔਰ ਇਹਨਾਂ ਨੂੰ ਨਿਪੁੰਨ ਕਰਦੇ ਆ ਔਰ ਗਿਆਨ ਜਿਹੜਾ ਪ੍ਰਦਾਨ ਕਰਦੇ ਆ। ਔਰ ਇਹਦੀ ਖੂਬਸੂਰਤੀ, ਇਹਦੀ ਫਿਰ ਮੈਂ ਇਹੀ ਕਹਾਂਗੀ ਕਿ ਇਹਨਾਂ ਦੀ ਖੂਬਸੂਰਤੀ ਇਹ ਹੈ ਕਿ ਥੋੜ੍ਹੇ ਸਮੇਂ ਦੇ ਵਿੱਚ ਜ਼ਿਆਦਾ ਗਿਆਨ ਜਿਹੜਾ ਹਾਸਲ ਕੀਤਾ ਜਾ ਸਕਦਾ। ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕੋਰਸਿਸ ਜਿਹੜੇ ਬਹੁਤ ਮਹਿੰਗੇ ਨਹੀਂ ਹੈ, ਇਹ ਸਸਤੇ ਆ ਔਰ ਜਲਦੀ ਹਾਸਲ ਕੀਤੇ ਜਾ ਸਕਦੇ ਆ। ਕਈ ਵਾਰੀ ਗੁਰਵਿੰਦਰ, ਕੋਈ ਬੱਚਾ ਹੈ ਜਿਹੜਾ ਪੜ੍ਹਨਾ ਚਾਹੁੰਦਾ ਆ ਪਰ ਉਹਦੇ ਕੋਲ ਫੰਡਸ ਨਹੀਂ ਹੈਗੇ, ਹੈ ਨਾ, ਪਰ ਇਹ ਘੱਟ ਫੰਡਸ ਦੇ ਨਾਲ ਵੀ ਉਨੀ ਹੀ ਜ਼ਿਆਦਾ ਸਪੈਸ਼ਲਿਟੀ ਲੈ ਕੇ ਜਿਹੜਾ ਹੈ ਫੀਲਡ ਦੇ ਵਿੱਚ ਬੱਚਾ ਜਾ ਸਕਦਾ। ਅੱਛਾ, ਮੇਰੇ ਦਿਮਾਗ ਦੇ ਵਿੱਚ ਆ ਰਿਹਾ ਸੀ ਕਿ ਕਿੱਤਾ ਮੁਖੀ ਜਿਹੜੀ ਸਿੱਖਿਆ ਹੈ ਉਹ ਹੈ ਵੀ ਜਿਹਦੇ 'ਚ ਪੜ੍ਹਨਾ ਨਹੀਂ ਪੈਂਦਾ। ਕੀ ਵਾਕਈ ਇੱਦਾਂ ਕਿ ਇਹਦੇ 'ਚ ਵੀ ਪੜ੍ਹਨਾ ਪੈਂਦਾ? ਨਹੀਂ, ਪੜ੍ਹਨਾ ਤਾਂ ਪੈਂਦਾ ਹੀ ਆ। ਔਰ ਇੱਕ ਸਰਵੇ ਦੇ ਮੁਤਾਬਕ 70% ਸਟੂਡੈਂਟਸ ਜਿਹੜੇ ਹੈ ਸਾਡੇ ਦੇਸ਼ ਦੇ ਉਹ ਇੱਦਾਂ ਦੇ ਜਿਹੜੇ ਨੌਕਰੀ ਦੇ ਕਾਬਲ ਹੀ ਨਹੀਂ ਹੈ, ਕਿਉਂਕਿ ਉਹਨਾਂ ਨੂੰ ਸਹੀ ਜਿਹੜੀ ਐਜੂਕੇਸ਼ਨ ਦਿੱਤੀ ਨਹੀਂ ਗਈ, ਟ੍ਰੇਨਿੰਗ ਨਹੀਂ ਦਿੱਤੀ ਗਈ। ਔਰ ਇਹਨਾਂ ਕੋਰਸਿਸ ਦੇ ਵਿੱਚ ਵੀ ਪੜ੍ਹਾਈ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ, ਬੜੇ ਸਿਦਕ ਦੇ ਨਾਲ, ਬੜੇ ਸਿਰੜ ਦੇ ਨਾਲ ਜਿਹੜਾ ਹੈ ਆਪਣੇ ਮੁਕਾਮ ਤੇ ਪਹੁੰਚਣਾ ਪੈਂਦਾ ਹੈ। ਪੜ੍ਹਨਾ ਇੱਧਰ ਵੀ ਪੜ੍ਹਨਾ ਪੈਂਦਾ ਹੀ ਹੈ। ਅੱਛਾ, ਹੁਣ ਅਸੀਂ ਉਸ ਨੁਕਤੇ ਵੱਲ ਆਉਂਦੇ ਵੀ ਜਦੋਂ ਅਸੀਂ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈ ਵੀ ਲੜਕੀਆਂ ਦੇ ਲਈ, ਹੁਣ ਜਦੋਂ ਅਸੀਂ ਕਿੱਤਾ ਮੁਖੀ ਸਿੱਖਿਆ ਦੀ ਗੱਲ ਕਰਦੇ ਹਾਂ, ਲੜਕੇ ਔਰ ਲੜਕੀ ਦੀ ਬਰਾਬਰੀ ਦੀ ਗੱਲ ਕਰਦੇ ਹਾਂ, ਤਾਂ ਕੀ ਲੱਗਦਾ ਹੈ ਕਿ ਲੜਕੀਆਂ ਵਾਸਤੇ ਖਾਸ ਤਰੀਕੇ ਦੀ ਸਿੱਖਿਆ ਦੀ ਅੱਜ ਵੀ ਜ਼ਰੂਰਤ ਹੈ, ਔਰ ਕਿੱਤਾ ਮੁਖੀ ਸਿੱਖਿਆ ਦੇ ਵਿੱਚ ਵੀ ਲੜਕੀਆਂ ਦੇ ਲਈ ਕੁਝ ਖਾਸ ਖੇਤਰ ਜਿਹੜੇ ਨੇ ਉਹ ਹੈ ਨੇ?
ਵੈਸੇ ਤਾਂ ਬਰਾਬਰੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਬਿਲਕੁਲ ਬਰਾਬਰੀ ਹੈ। ਔਰ ਔਰਤਾਂ ਹੁਣ ਚੰਦ ਤੇ ਪਹੁੰਚ ਗਈਆਂ, ਜਹਾਜ਼ ਉਡਾ ਰਹੀਆਂ, ਲੜਾਕੂ ਜਹਾਜ਼ ਉਡਾ ਰਹੀਆਂ, ਬਿਲਕੁਲ, ਔਰ ਸਰਹੱਦਾਂ ਤੇ ਸਾਡੀ ਰਾਖੀ ਕਰ ਰਹੀਆਂ, ਐਂਬੂਲੈਂਸ ਵੀ ਚਲਾ ਰਹੀਆਂ, ਐਂਬੂਲੈਂਸ ਵੀ ਚਲਾ ਰਹੀਆਂ, ਔਰ ਪਾਇਲਟਸ ਹੈਗੀਆਂ ਆ। ਹਰ ਖੇਤਰ 'ਚ ਕੁੜੀਆਂ ਪਹੁੰਚੀਆਂ ਹੋਈਆਂ। ਪਰ ਔਰਤਾਂ ਦੀ ਥੋੜੀ ਜਿਹੀ ਮੈਂ ਕਹਾਂ ਕਿ ਦੋਹਰੀ ਜ਼ਿੰਮੇਵਾਰੀ ਹੈ। ਮੈਨੂੰ ਲੱਗਦਾ ਹੁੰਦਾ ਕਿ ਖੁਸ਼ਕਿਸਮਤੀ ਹੈ ਸਾਡੀ ਕਿ ਸਾਨੂੰ ਕੁਦਰਤ ਨੇ ਦੋਹਰੀ ਜ਼ਿੰਮੇਵਾਰੀ ਦਿੱਤੀ ਹੈ, ਔਰ ਕੁੜੀਆਂ ਦੇ ਲਈ ਖਾਸ ਡਿਜ਼ਾਈਨ ਕੀਤੇ। ਵੈਸੇ ਤਾਂ ਕੋਈ ਫੀਲਡ ਰਿਹਾ ਹੀ ਨਹੀਂ ਇੱਦਾਂ ਦਾ ਜਿੱਥੇ ਕੁੜੀਆਂ ਨਹੀਂ ਪਹੁੰਚੀਆਂ, ਪਰ ਫਿਰ ਵੀ ਕਈ ਫੀਲਡਸ ਇੱਦਾਂ ਦੇ ਹੈ ਜਿੱਥੇ ਉਹ ਘਰ ਬੈਠ ਕੇ ਵੀ ਕੰਮ ਕਰ ਸਕਦੀਆਂ। ਮੈਂ ਗੱਲ ਕਰਾਂ ਤਾਂ ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਜਿਹੜਾ ਮੇਰੇ ਆਪਣੇ ਕਾਲਜ 'ਚ ਵੀ ਹੈ, ਜੇ ਮੈਂ ਉਹਦੀ ਗੱਲ ਕਰਾਂ ਤੇ ਉਸ ਡਿਪਾਰਟਮੈਂਟ ਦੇ ਵਿੱਚੋਂ ਨਿਕਲ ਕੇ ਸਾਡੇ ਬੱਚੇ ਜਿਹੜੇ ਆ ਉਹ ਘਰ ਬੈਠੇ ਹੀ ਕੰਮ ਕਰ ਰਹੇ ਆ, ਬੁਟੀਕ ਚਲਾ ਰਹੀਆਂ, ਔਰ ਬੜਾ ਅੱਛਾ ਕਮਾ ਵੀ ਰਹੀ ਹੈ, ਔਰ ਆਪਣੇ ਪਰਿਵਾਰ ਨੂੰ ਜਿਹੜਾ ਉਹਦੇ ਲਈ ਇੱਕ ਤਰ੍ਹਾਂ ਦਾ ਸਹਾਰਾ ਵੀ ਬਣ ਰਹੀ ਹੈ, ਔਰ ਅੱਛੀ ਤਰ੍ਹਾਂ ਆਪਣੀ ਫੈਮਿਲੀ ਨੂੰ ਦੀ ਪਰਵਰਿਸ਼ ਵੀ ਕਰ ਰਹੀ ਹੈ। ਕਾਸਮੈਟੋਲੋਜੀ ਡਿਪਾਰਟਮੈਂਟ ਹੈ। ਮੈਂ ਆਪਣੇ ਸਟੂਡੈਂਟਸ ਨੂੰ ਹਮੇਸ਼ਾ ਕਹਿੰਦੀ ਹਾਂ, ਕਈ ਵਾਰੀ ਬੱਚੇ ਆ ਜਾਂਦੇ ਆ ਫੀਸ ਨਹੀਂ ਦੇ ਸਕਦੇ, ਮੈਂ ਉਹਨਾਂ ਨੂੰ ਕਹਿੰਦੀ ਹਾਂ ਇੰਨਾ ਸੋਹਣਾ ਡਿਪਾਰਟਮੈਂਟ ਹੈ ਤੁਹਾਡਾ, ਅਤੇ ਬੇਟਾ ਤੁਸੀਂ ਬੜਾ ਸੌਖਾ ਹੈ ਕੰਮ ਕਰਨਾ। ਪੜ੍ਹਦੇ ਆਪਣੇ ਮੁਹੱਲੇ ਦੀਆਂ ਥੋੜ੍ਹੀਆਂ ਜਿਹੀਆਂ ਜਿਹੜੀਆਂ ਆਂਟੀਆਂ ਹੈ, ਕੋਈ ਫਰੈਂਡਸ ਹੈਗੀਆਂ ਤੁਹਾਡੀਆਂ, ਉਹਨਾਂ ਨੂੰ ਇਕੱਠੇ ਕਰੋ, ਔਰ ਉਹਨਾਂ ਨੂੰ ਤੁਸੀਂ ਕੁਝ ਵੀ ਨਹੀਂ ਕਰਨਾ, ਉਹਨਾਂ ਨੂੰ ਕਹੋ ਫੇਸ਼ੀਅਲ ਕਰਵਾਓ। ਹਰ ਬੰਦਾ ਅੱਜ ਕੱਲ੍ਹ ਸੋਹਣਾ ਲੱਗਣਾ ਚਾਹੁੰਦਾ ਹੀ ਆ, ਹੈ ਨਾ, ਕਿ ਉਹ ਥੋੜ੍ਹਾ ਜਿਹਾ ਕੰਮ ਜਿਹੜਾ ਹੈ ਹੱਥੀਂ ਕੰਮ ਜਿਹੜਾ ਨਾ, ਜਿਹੜੀ ਸ਼ਫਾ ਕਹਿੰਦੇ ਹੱਥ 'ਚ ਹੈ। ਵੈਸੇ ਗੱਲ ਜਿਹੜੀ ਤੁਸੀਂ ਕੀਤੀ ਨਾ, ਹਰ ਬੰਦਾ ਸੋਹਣਾ ਲੱਗਣਾ ਚਾਹੁੰਦਾ ਹੈ। ਇੱਕ ਤਾਂ ਹੁੰਦਾ ਵੀ ਬਾਹਰੋਂ ਸੋਹਣਾ ਲੱਗਣਾ ਚਾਹੁੰਦਾ, ਮੈਨੂੰ ਲੱਗਦਾ ਬਾਹਰੋਂ ਜ਼ਿਆਦਾ ਸੋਹਣਾ ਲੱਗਣਾ ਚਾਹੁੰਦੇ, ਅੰਦਰ ਦੀ ਖੂਬਸੂਰਤੀ ਵੱਲ ਨਹੀਂ ਸੀ ਧਿਆਨ ਦਿੰਦੇ। ਅੰਦਰ ਦੀ ਖੂਬਸੂਰਤੀ ਵੱਲ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ। ਔਰ ਮੈਨੂੰ ਲੱਗਦਾ ਹੁੰਦਾ ਕਿ ਜਿਹੜੀ ਚੀਜ਼ ਅੱਖਾਂ ਨੂੰ ਸੋਹਣੀ ਨਹੀਂ ਲੱਗਦੀ, ਉਹ ਦਿਲ ਨੂੰ ਵੀ ਸੋਹਣੀ ਨਹੀਂ ਲੱਗਦੀ ਹੁੰਦੀ। ਪਹਿਲੇ ਤਾਂ ਅੱਖਾਂ ਦੇ ਨਾਲ ਹੀ ਕਹਿੰਦੇ ਉਹਨਾਂ ਨੂੰ। ਬਿਲਕੁਲ ਖੂਬਸੂਰਤੀ ਜਿਹੜੀ ਅੰਦਰ ਦੀ ਖੂਬਸੂਰਤੀ ਜ਼ਿਆਦਾ ਜਿਹੜੀ ਹੈ ਜ਼ਰੂਰੀ ਹੈ। ਜੀ। ਔਰ ਇਹਨਾਂ ਕੋਰਸਿਸ ਦਾ ਇੱਕ ਹੋਰ ਗੱਲ ਮੈਂ ਦੱਸਾਂ ਤੁਹਾਨੂੰ ਕਿ ਇਹ ਕਦੀ ਵੀ ਲੜਕੀਆਂ ਲਈ ਤੁਸੀਂ ਗੱਲ ਕੀਤੀ ਹੈ ਨਾ, ਕਿ ਲੜਕੀਆਂ ਲਈ ਕਈ ਵਾਰੀ ਮਜਬੂਰੀ ਹੁੰਦੀ ਹੈ। ਮੇਰੇ ਕੋਲ ਵੀ ਬਹੁਤ ਸਾਰੇ ਪੇਰੈਂਟਸ ਇੱਦਾਂ ਦੇ ਆਉਂਦੇ ਆ, ਮੁੰਡੇ ਨੂੰ ਪੜ੍ਹਾਉਣਾ ਚਾਹੁੰਦੇ ਆ, ਕੁੜੀ ਨੂੰ ਨਹੀਂ ਪੜ੍ਹਾਉਣਾ ਚਾਹੁੰਦੇ। ਅੱਛਾ, ਅੱਜ ਵੀ? ਹਾਂ, ਅੱਜ ਵੀ ਬਿਲਕੁਲ ਇਸੇ ਤਰ੍ਹਾਂ ਹੀ ਆ। ਔਰ ਲੜਕੀਆਂ ਜਿਹੜੀਆਂ ਹੈ ਉਹ 10th ਤੋਂ ਬਾਅਦ ਔਰ 10+2 ਤੋਂ ਬਾਅਦ ਵੀ ਇਹ ਕੋਰਸਿਸ ਕਰ ਸਕਦੀਆਂ ਆ। ਜੇ ਤੁਸੀਂ 10+2 ਤੋਂ ਬਾਅਦ 6 ਮਹੀਨੇ ਦਾ ਕੋਰਸ ਕਰਦੇ ਆ ਤੇ ਡਿਪਲੋਮਾ ਜਿਹੜਾ ਹੈ ਤੁਹਾਨੂੰ ਸਰਟੀਫਿਕੇਟ ਮਿਲਦਾ। ਅੱਗੋਂ ਮੇਰਾ ਸਵਾਲ ਇਹੀ ਸੀ ਵੀ ਉਹ ਕੌਣ ਕਰ ਸਕਦਾ ਤੇ ਹੈ ਨਾ, ਦੱਸਦੇ ਤੁਹਾਨੂੰ। ਔਰ ਉਸ ਤੋਂ ਬਾਅਦ 1 ਸਾਲ ਦਾ ਜੇ ਤੁਸੀਂ ਕਰਦੇ ਆ ਤੇ ਡਿਪਲੋਮਾ ਹੈ, 2 ਸਾਲ ਦਾ ਹੈ ਐਡਵਾਂਸ ਡਿਪਲੋਮਾ ਹੈ, 3 ਸਾਲ ਦਾ ਹੈ ਤੇ ਡਿਗਰੀ ਮਿਲਦੀ ਹੈ ਤੁਹਾਨੂੰ। ਔਰ ਤੁਸੀਂ ਇਸ ਕੋਰਸ ਨੂੰ ਜਿੱਥੇ ਮਰਜ਼ੀ ਛੱਡ ਸਕਦੇ ਆ। 6 ਮਹੀਨੇ ਦਾ ਕਰਕੇ ਵੀ ਛੱਡ ਸਕਦੇ ਆ, 1 ਸਾਲ ਦਾ ਕਰਕੇ ਵੀ ਛੱਡ ਸਕਦੇ ਆ, 2 ਸਾਲ ਦਾ ਵੀ ਕਰ ਸਕਦੇ ਆ, 3 ਸਾਲ ਦਾ ਵੀ, ਔਰ ਫਿਰ ਦੁਬਾਰਾ ਰੀਜੁਆਇਨ ਕਰ ਸਕਦੇ ਆ। ਉੱਥੋਂ ਹੀ ਫਿਰ ਦੁਬਾਰਾ ਸ਼ੁਰੂ ਕਰ ਸਕਦੇ ਆ ਤੁਸੀਂ। ਔਰ ਹਰ ਐਗਜ਼ਿਟ ਪੁਆਇੰਟ ਤੇ ਨੌਕਰੀ ਦੇ ਚਾਂਸਸ ਹੈ। ਇਹ ਅੱਜ ਵੀ ਅਸੀਂ ਗੱਲ ਕਰਦੇ ਆ, ਮੈਨੂੰ ਫਿਰ ਉਹ ਲੱਗਦਾ ਵੀ ਕਈ ਵਾਰੀ ਜ਼ਾਤੀ ਤੌਰ ਤੇ ਮਹਿਸੂਸ ਹੁੰਦਾ ਵੀ ਉਹ ਸਾਡੇ ਨਾ ਪੈਰਾਮੀਟਰਸ ਕੁਝ ਬਦਲ ਗਏ ਨੇ। ਅਸੀਂ ਇਹ ਤਾਂ ਜ਼ਰੂਰ ਸਮਝਦੇ ਹਾਂ ਵੀ ਤੁਸੀਂ 6 ਮਹੀਨੇ ਦਾ ਕਰਕੇ ਡਿਪਲੋਮਾ ਹੋ ਗਿਆ ਤੁਹਾਡੇ ਕੋਲ, ਸਾਲ ਤੋਂ ਬਾਅਦ ਡਿਪਲੋਮਾ ਹੋ ਗਿਆ, ਫਿਰ ਉਸ ਤੋਂ ਬਾਅਦ ਡਿਗਰੀ ਤੁਹਾਡੇ ਕੋਲ ਹੋ ਗਈ, ਫਿਰ ਮਾਸਟਰਸ ਹੋ ਗਈ ਤੁਹਾਡੇ ਕੋਲ। ਪਰ ਦੁਨੀਆ ਜਾਂ ਸਾਡਾ ਜਿਹੜਾ ਵਹਿਣ ਇਸ ਵੇਲੇ ਬਣਿਆ ਹੋਇਆ, ਬਾਜ਼ਾਰ ਭੌਤਿਕਵਾਦ ਜਿਹੜਾ ਬਣਿਆ ਹੋਇਆ, ਉਹਦੇ 'ਚ ਤਾਂ ਇਹ ਗੱਲ ਸਮਝਦੀ ਵੀ ਸਾਲ ਤੋਂ ਬਾਅਦ ਤੈਨੂੰ 5000 ਮਿਲਣਾ ਆ, ਅਤੇ ਜੇ 3 ਸਾਲ ਦਾ ਡਿਗਰੀ ਕਰ ਲਏਗਾ ਤਾਂ ਫਿਰ ਉਹਦਾ 25000 ਮਿਲੂਗਾ, ਅਤੇ ਜੇ ਮਾਸਟਰਸ ਕਰ ਲਏਗਾ ਤਾਂ 50000 ਮਿਲੂਗਾ। ਸਾਡੇ ਵਾਸਤੇ ਉਹ ਡਿਗਰੀ ਦੀ ਮਾਸਟਰਸ ਜਾਂ ਉਹ ਸਾਰਾ ਕੁਛ ਹੈ, ਉਹਦਾ ਪੈਮਾਨਾ ਜਿਹੜਾ ਉਹ ਪੈਸਾ ਹੀ ਰਹਿ ਗਿਆ। ਕੀ ਵਾਕਈ ਇਦਾਂ ਹੀ ਹੈ ਜਾਂ? ਡਿਗਰੀ ਦੀ ਤੁਸੀਂ ਪਹਿਲਾਂ ਗੱਲ ਕੀਤੀ, ਪਹਿਲਾਂ ਮੈਂ ਉਹ ਪੁਆਇੰਟ ਕਲੀਅਰ ਕਰ ਦਿਆਂ ਕਿ ਬਹੁਤ ਸਾਰੀਆਂ ਨਾਮੀ ਗ੍ਰਾਮੀ ਕੰਪਨੀਆਂ ਵਿਦੇਸ਼ਾਂ ਦੀਆਂ, ਗੂਗਲ, ਮਾਈਕਰੋਸਾਫਟ ਵਰਗੀਆਂ ਕੰਪਨੀਆਂ ਜਿਹੜੀਆਂ ਹੈਗੀਆਂ, ਉਹ ਹੁਣ ਨੌਜਵਾਨਾਂ ਨੂੰ ਜਦੋਂ ਰੁਜ਼ਗਾਰ ਦੇ ਰਹੀਆਂ ਤੇ ਇੰਜੀਨੀਅਰਿੰਗ ਦੀ ਡਿਗਰੀ ਨਹੀਂ ਉਹਨਾਂ ਲਈ ਕੰਪਲਸਰੀ ਹੈ, ਉਹ ਸਕਿਲਡ ਦੇਖਦੀਆਂ ਆ ਕਿ ਨੌਜਵਾਨ ਸਕਿਲਡ ਕਿੰਨਾ ਹੈ। ਨੌਲੇਜ ਬੇਸਡ ਜੌਬਸ ਹੈਗੀਆਂ ਆ, ਔਰ ਲਿਆਕਤ ਦੇਖੀ ਜਾਂਦੀ ਹੈ, ਡਿਗਰੀ ਨਹੀਂ ਦੇਖੀ ਜਾਂਦੀ। ਬਾਕੀ ਜਿਹੜੀ ਪਦਾਰਥਵਾਦ ਦੀ ਤੁਸੀਂ ਅੰਨੀ ਦੌੜ ਦੀ ਗੱਲ ਕੀਤੀ ਹੈ, ਉਹ ਤਾਂ ਮਾਨਸਿਕਤਾ ਜਿਹੜੀ ਹੈ ਬਹੁਤੇ ਲੋਕਾਂ ਦੀ ਬਣਦੀ ਜਾ ਰਹੀ ਹੈ। ਪਰ ਮੈਨੂੰ ਲੱਗਦਾ ਹੁੰਦਾ ਕਿ ਕੁਝ ਵੀ ਬਣਨ ਤੋਂ ਪਹਿਲਾਂ ਸਾਨੂੰ ਇੱਕ ਚੰਗੇ ਇਨਸਾਨ ਬਣਨਾ ਬਹੁਤ ਜ਼ਰੂਰੀ ਹੈ। ਉਹਦੇ ਵੱਲ ਕੋਈ ਕੋਰਸ ਨਹੀਂ ਹੈ ਕਿ ਇਹ ਹੋਣੇ ਚਾਹੀਦੇ ਆ। ਨਾਲ ਹੀ ਅਸੀਂ ਆਪਣੇ ਕਾਲਜ ਦੇ ਵਿੱਚ ਮੋਰਲ ਐਜੂਕੇਸ਼ਨ ਦੀ ਕਲਾਸ ਲੈਂਦੇ ਆ। ਮੈਂ ਕਈ ਵਾਰੀ 2-4 ਦਿਨ ਮਹੀਨੇ 'ਚ ਮੈਂ ਵੀ ਜਾ ਕੇ ਉਹ ਕਲਾਸ ਅਟੈਂਡ ਕਰਦੀ ਹਾਂ, ਔਰ ਬੱਚਿਆਂ ਨੂੰ ਹਮੇਸ਼ਾ ਇਹੀ ਸਿਖਾਈਦਾ ਹੈ ਕਿ ਬੇਟਾ ਆਪਣੇ ਲਈ ਜੀਣਾ ਕੋਈ ਜ਼ਿੰਦਗੀ ਨਹੀਂ ਹੈ, ਆਪਣੇ ਲਈ ਤਾਂ ਜਾਨਵਰ ਵੀ ਜੀ ਲੈਂਦੇ ਆ। ਜ਼ਿੰਦਗੀ ਉਹੀ ਖੂਬਸੂਰਤ ਹੈ ਜਿਹੜੀ ਦੂਸਰਿਆਂ ਦੇ ਕੰਮ ਆਵੇ, ਲੋਕ ਭਲਾਈ ਨਾਲ ਸੰਬੰਧਿਤ ਹੋਵੇ। ਦਰਸ਼ਕੋ, ਸਾਡੇ ਨਾਲ ਮੈਡਮ ਪ੍ਰਿੰਸੀਪਲ ਮੌਜੂਦ ਨੇ। ਆਪਦਾ ਵੱਡਾ ਇੱਕ ਤਵੀਲ ਇੱਕ ਐਕਸਪੀਰੀਅੰਸ ਹੈ ਇਸ ਖੇਤਰ ਦੇ ਵਿੱਚ, ਪੜ੍ਹਾਉਣ ਦੇ ਵਿੱਚ, ਸਿੱਖਿਆ ਪ੍ਰਦਾਨ ਕਰਨ ਦੇ ਵਿੱਚ, ਔਰ ਸਿੱਖਿਆ ਦੇ ਜਿਹਨੂੰ ਪੈਡਾਗੋਜੀ ਵੀ ਕਹਿ ਲੈਂਦੇ ਇਹਨਾਂ ਦੀ ਭਾਸ਼ਾ ਦੇ ਵਿੱਚ, ਉਹਦੇ ਨਾਲ ਵੀ ਬੜੇ ਚੰਗੀ ਤਰ੍ਹਾਂ ਵਾਬਸਤਾ ਨੇ ਔਰ ਜਾਣੂ ਨੇ। ਡਾਕਟਰ ਸਾਹਿਬ, ਜਦੋਂ ਅਸੀਂ ਅੱਜ ਕਿੱਤਾ ਮੁਖੀ ਸਿੱਖਿਆ ਦੀ ਗੱਲ ਕਰ ਰਹੇ ਹਾਂ, ਔਰ ਜਿਵੇਂ ਕਿ ਤੁਸੀਂ ਦੱਸਿਆ ਕਿ ਸਿੱਖਿਆ ਦੀ ਵੈਸੇ ਵੀ ਕੋਈ ਉਮਰ ਨਹੀਂ ਹੁੰਦੀ, ਪਰ ਇਹ ਲੜਕੀਆਂ ਦੇ ਲਈ ਜਦੋਂ ਸਾਡਾ ਪ੍ਰੋਗਰਾਮ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਗ੍ਰਹਿਣੀਆਂ ਵੀ ਦੇਖ ਰਹੀਆਂ ਨੇ ਕਿ ਉਹ ਵੀ ਸਿੱਖ ਸਕਦੀਆਂ ਨੇ, ਇਹ ਕਿ ਇਹਦੀ ਇੱਕ ਉਮਰ ਹੈ ਕਿ ਉਸ ਤੋਂ ਬਾਅਦ ਨਹੀਂ ਸਿੱਖਿਆ ਜਾ ਸਕਦਾ। ਕਿਸੇ ਵੀ ਉਮਰ 'ਚ
ਕਦੀ ਵੀ ਜਦੋਂ ਵੀ ਤੁਹਾਡਾ ਦਿਲ ਕਰੇ। ਮੇਰੇ ਕੋਲ ਕਾਲਜ ਦੇ ਵਿੱਚ ਬਹੁਤ ਸਾਰੀਆਂ ਬੇਟੀਆਂ ਵੀ ਪੜ੍ਹ ਰਹੀਆਂ ਔਰ ਉਹਨਾਂ ਦੀਆਂ ਮਾਵਾਂ ਵੀ ਨਾਲ ਕੋਰਸਿਸ ਕਰ ਰਹੀਆਂ ਇਸ ਤਰ੍ਹਾਂ ਦੇ। ਹਾਂਜੀ ਬਿਲਕੁਲ। ਔਰ ਪਿੱਛੇ ਟ੍ਰਿਬਿਊਨ ਨੇ ਬੜੀ ਵੱਡੀ ਖਬਰ ਵੀ ਲਗਾਈ ਸੀ ਸਾਡੇ ਕਾਲਜ ਦੀ ਕਿ 2 ਮਦਰਸ ਸੀਗੀਆਂ ਔਰ 2 ਉਹਨਾਂ ਦੀਆਂ ਬੇਟੀਆਂ ਜਿਹੜੀਆਂ ਹੈ ਉਹ ਨਾਲ ਇਕੱਠੀਆਂ ਕਾਲਜ ਦੇ ਵਿੱਚ ਪੜ੍ਹ ਰਹੀਆਂ ਸੀ। ਬੱਚੀਆਂ ਡਿਗਰੀ ਕਰ ਰਹੀਆਂ ਸੀ ਔਰ ਮਾਵਾਂ ਡਿਪਲੋਮਾ ਕਰ ਰਹੀਆਂ ਸੀ। ਅੱਛਾ, ਕਿਸੇ ਵੀ ਉਮਰ 'ਚ ਕਰ ਸਕਦੇ ਆ। ਠੀਕ ਹੈ। ਤੇ ਜਿਵੇਂ ਕਿ ਤੁਸੀਂ ਕੁਝ ਕੋਰਸ ਦੇ ਨਾਮ ਲੈ ਰਹੇ ਸੀਗੇ ਵੀ ਆਹ ਵਾਲੇ ਕੋਰਸ ਹੈਗੇ ਨੇ, ਕਾਸਮੈਟੋਲੋਜੀ, ਹੋਰ ਕੀ ਫੈਸ਼ਨ ਡਿਜ਼ਾਈਨਿੰਗ। ਔਰ ਗੁਰਵਿੰਦਰ ਇਹਦੇ ਵਿੱਚ ਜ਼ਿੰਦਗੀ ਦਾ ਹਰ ਪਹਿਲੂ ਜਿਹੜਾ ਉਹਨਾਂ ਨੇ ਛੂਇਆ, ਹਰ ਫੀਲਡ ਦੇ ਵਿੱਚ ਮਤਲਬ ਜਾਣ ਦੇ ਲਈ ਇਹਦੇ 'ਚ ਕੋਰਸਿਸ ਹੈਗੇ ਆ। ਪੈਰਾਮੈਡੀਕਲ 'ਚ ਤੁਸੀਂ ਜਾਣਾ ਹੈ ਉਹਦੇ ਲਈ ਬਹੁਤ ਸਾਰੇ ਕੋਰਸਿਸ ਹੈ, ਫਿਟਨੈਸ ਦੇ ਬਹੁਤ ਸਾਰੇ ਕੋਰਸਿਸ ਹੈ। ਪੈਰਾਮੈਡੀਕਲ ਤੋਂ ਭਾਵ ਕਿਉਂਕਿ ਸਾਡੇ ਜਿਹੜੀਆਂ ਗ੍ਰਹਿਣੀਆਂ ਹੋ ਸਕਦਾ ਦੇਖਦੀਆਂ ਹੋਣ, ਉਹਨਾਂ ਨੂੰ ਨਾ ਸਮਝ ਆ ਰਿਹਾ ਹੋਵੇ, ਸਰਲ ਭਾਸ਼ਾ ਦੇ ਵਿੱਚ ਉਹਨੂੰ ਤੁਸੀਂ ਥੋੜਾ ਜਿਹਾ ਵਗੈਰਾ ਕਰਨੇ ਸਿੱਖਣੇ ਆ, ਉਹਦੇ ਲਈ ਤੁਸੀਂ ਜਿਹੜਾ ਹੈ ਕੋਰਸਿਸ ਕਰ ਸਕਦੇ ਆ। ਬਿਊਟੀ ਐਂਡ ਵੈਲਨੈਸ, ਸੋਹਣੇ ਕਿਵੇਂ ਲੱਗਣਾ ਹੈ, ਤਿਆਰ ਕਿਵੇਂ ਹੋਣਾ ਆ, ਉਹਦੇ ਲਈ ਹਾਊਸ ਕੀਪਿੰਗ ਦਾ, ਘਰ ਨੂੰ ਕਿਵੇਂ ਰੱਖ ਰਖਾਵ ਕਰਨਾ ਆ। ਔਰ ਜਿਹੜੀ ਹੁਣੇ ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਸੀ ਇਨਸਾਨੀਅਤ ਦੀ, ਉਹਦੇ ਲਈ ਵੀ ਜਿਹੜੇ ਕਈ ਵਾਰੀ ਮੈਂਟਲੀ ਥੋੜ੍ਹੇ ਜਿਹੇ ਡਿਸਟਰਬਡ ਬੱਚੇ ਹੁੰਦੇ ਆ, ਹੈ ਨਾ, ਉਹਨਾਂ ਦੇ ਲਈ ਵੀ ਕੋਰਸਿਸ ਹੈਗੇ ਆ ਕਿ ਉਹਨਾਂ ਨੂੰ ਕਿਵੇਂ ਸਾਂਭਣਾ ਆ। ਔਰ ਇਹ ਇਸ ਤਰ੍ਹਾਂ ਦੇ ਕੋਰਸਿਸ ਕਰਕੇ ਸਿਰਫ ਤੁਸੀਂ ਰੁਜ਼ਗਾਰ ਹੀ ਨਹੀਂ ਕਮਾ ਰਹੇ, ਸਿਰਫ ਤੁਸੀਂ ਪੈਸਾ ਹੀ ਨਹੀਂ ਕਮਾ ਰਹੇ, ਤੁਸੀਂ ਸਮਾਜ ਲਈ ਵੀ ਕੁਝ ਕਰ ਰਹੇ ਆ, ਤੁਸੀਂ ਦੇ ਵੀ ਰਹੇ ਆ ਆਪਣੇ ਸਮਾਜ ਨੂੰ ਕੁਝ, ਲੋਕ ਸੇਵਾ ਵੀ ਕਰ ਰਹੇ ਆ ਔਰ ਉਹਦੇ ਨਾਲ ਤੁਹਾਨੂੰ ਸੰਤੁਸ਼ਟੀ ਵੀ ਮਿਲਦੀ ਹੈ, ਤੁਹਾਡੇ ਮਨ ਦੀ ਜਿਹੜੀ ਸ਼ਾਂਤੀ ਵੀ ਹੈ ਕਿ ਇਸ ਤਰ੍ਹਾਂ ਦੇ ਕੋਰਸਿਸ। ਔਰ ਕੰਪਿਊਟਰਸ ਨਾਲ ਰਿਲੇਟਡ ਬਹੁਤ ਸਾਰੇ, ਕਾਮਰਸ ਨਾਲ ਰਿਲੇਟਡ ਬਹੁਤ ਸਾਰੇ ਕੋਰਸਿਸ ਹੈ ਜਿਹੜੇ ਕੀਤੇ ਜਾ ਸਕਦੇ ਆ। YouTube ਤੇ ਸਾਰੇ ਕੋਰਸਿਸ ਪਏ ਆ, ਉਹਨਾਂ ਨੂੰ ਤੁਸੀਂ ਦੇਖ ਸਕਦੇ ਆ ਔਰ ਉੱਥੋਂ ਤੁਸੀਂ ਜਿਹੜਾ ਫੀਲਡ ਤੁਹਾਨੂੰ ਪਸੰਦ ਹੈ ਉਹਨੂੰ ਆਪਣੇ ਲਈ ਚੁਣ ਸਕਦੇ ਆ। ਠੀਕ ਹੈ। ਪਰੰਪਰਾਗਤ ਸਿੱਖਿਆ ਦੀ ਅਸੀਂ ਗੱਲ ਕਰਦੇ ਹਾਂ ਤੇ ਹੁਣ ਅਸੀਂ ਆ ਗਏ ਕਿੱਤਾ ਮੁਖੀ ਸਿੱਖਿਆ ਦੇ ਵਿੱਚ। ਤੁਸੀਂ ਦੋਨੋਂ ਹੀ ਪੜਾਅ ਦੇਖੇ ਨੇ, ਇਹਨਾਂ ਦੋਨਾਂ 'ਚ ਤੁਸੀਂ ਕੀ ਫ਼ਰਕ ਕਿਵੇਂ ਮਹਿਸੂਸ ਕਰਦੇ ਹੋ ਔਰ ਤੁਹਾਡੀ ਨਜ਼ਰ ਦੇ ਵਿੱਚ ਇੱਦਾਂ ਹੈ ਕਿ ਇਹ ਬੱਚਾ ਜ਼ਿਆਦਾ ਵਧੀਆ ਤੇ ਇਹ ਬੱਚਾ ਥੋੜਾ ਮਤਲਬ ਪਰੰਪਰਾਗਤ ਸਿੱਖਿਆ ਜਿਹੜੀ ਉਹ ਵਧੀਆ ਨਹੀਂ ਹੈ ਤੇ ਕਿੱਤਾ ਮੁਖੀ ਸਿੱਖਿਆ ਵਧੀਆ, ਇਹਨਾਂ 'ਚ ਕੰਪੈਰੀਜ਼ਨ ਹੈ ਕੋਈ? ਨਹੀਂ, ਸਿੱਖਿਆ ਕੋਈ ਵੀ ਮਾੜੀ ਨਹੀਂ ਹੈ। ਔਰ ਜਿਹੜਾ ਹੈ ਪਰੰਪਰਾਗਤ ਸਿੱਖਿਆ ਦੀ ਜੇ ਮੈਂ ਗੱਲ ਕਰਾਂ, ਪਰੰਪਰਾਗਤ ਸਿੱਖਿਆ ਤੋਂ ਪਹਿਲਾਂ ਵੀ ਇੱਕ ਸਿੱਖਿਆ ਜਿਹੜੀਆਂ ਪੇਸ਼ੇਵਰ ਜਿਹੜੇ ਸੀਗੇ, ਪੇਸ਼ੇਵਰ ਲੋਕ ਸੀਗੇ, ਮੋਚੀ ਦਾ ਪੁੱਤ ਆਪਣੇ ਬਾਪ ਕੋਲ ਹੀ ਸਿੱਖ ਕੇ ਜੁੱਤੀਆਂ ਗੰਢਣੀਆਂ ਸਿੱਖ ਲੈਂਦਾ ਸੀ, ਦਰਜੀ ਜਿਹੜਾ ਹੈ ਉੱਥੇ ਹੀ ਸਿੱਖ ਲੈਂਦਾ ਸੀਗਾ। ਇਹ ਬੜੇ ਪੇਸ਼ਾਵਰ ਜਿਹੜੇ ਲੋਕ ਸੀਗੇ ਇਸ ਤਰ੍ਹਾਂ ਆਪਣੇ ਕਿੱਤੇ ਨਾਲ ਜੁੜੇ ਹੋਏ ਸੀ। ਪਰ ਉਸ ਤੋਂ ਬਾਅਦ ਜਿਹੜੀ ਹੈ ਰਵਾਇਤੀ ਸਿੱਖਿਆ ਆਈ। ਰਵਾਇਤੀ ਸਿੱਖਿਆ ਦੇ ਵਿੱਚ ਵੀ ਬਹੁਤ ਸਾਰੇ ਸਬਜੈਕਟਸ ਇੱਦਾਂ ਦੇ ਹੈ ਜਿਹੜੇ ਤੁਹਾਨੂੰ ਕਿੱਤਾ ਮੁਖੀ ਬਣਾਉਂਦੇ ਆ। ਫਾਈਨ ਆਰਟਸ ਡਿਪਾਰਟਮੈਂਟ ਹੈ ਸਾਡੇ ਕੋਲੇ, ਉਹਦੇ 'ਚ ਤੁਸੀਂ ਕਮਰਸ਼ੀਅਲ ਆਰਟ ਸਿੱਖਦੇ ਆ ਤੇ ਤੁਸੀਂ ਬਾਹਰ ਕਿੰਨਾ ਕੰਮ ਹੈ ਤੁਹਾਡੇ ਕੋਲੇ ਜਾ ਕੇ ਤੁਸੀਂ ਕਰ ਸਕਦੇ ਆ, ਹੈ ਨਾ। ਬਹੁਤ ਸਾਰੀਆਂ ਪਰੰਪਰਾਗਤ ਸਿੱਖਿਆ ਜਿਹੜੀ ਉਹ ਵੀ ਨਾਲ ਨਾਲ ਚੱਲਦੀ ਰਹਿੰਦੀ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਫਿਰ ਤੁਹਾਡੀ ਪਿਛਲੀ, ਮੇਰਾ ਦਿਮਾਗ ਉੱਥੇ ਹੀ ਅੜਿਆ ਹੋਇਆ, ਜਿਹੜੀ ਤੁਸੀਂ ਕਿਹਾ ਸੀਗਾ ਕਿ ਪੈਸੇ ਲਈ ਅਸੀਂ ਜਿਹੜਾ ਪੜ੍ਹ ਰਹੇ ਹਾਂ, ਇਹ ਜਿਹੜੇ ਕਿੱਤਾ ਮੁਖੀ ਕੋਰਸਿਸ ਆ ਇਹਨਾਂ ਦੇ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਇਹਨਾਂ ਕੋਰਸਿਸ ਦੇ ਨਾਲ ਇੱਦਾਂ ਦਾ ਸਿਲੇਬਸ ਵੀ ਡਿਜ਼ਾਈਨ ਕੀਤਾ ਜਾਏ ਕਿ ਇਲਮ ਜਿਹੜਾ ਹੈ ਉਹ ਸਿਰਫ ਰੁਜ਼ਗਾਰ ਹਾਸਲ ਕਰਨ ਦਾ ਵਸੀਲਾ ਨਾ ਹੋਵੇ। ਇਹਨੂੰ ਥੋੜਾ ਜਿਹਾ ਆਪਾਂ ਜਿਹੜਾ ਹੈ ਸਮਾਜ ਦੇ ਲਈ ਵੀ, ਦੇਸ਼ ਪਿਆਰ ਦੇ ਲਈ ਵੀ ਥੋੜਾ ਇਦਾਂ ਦਾ ਬੱਚਿਆਂ ਨੂੰ ਤਿਆਰ ਕੀਤਾ ਜਾਏ ਕਿ ਉਹ ਇੱਕ ਚੰਗੇ ਇਨਸਾਨ ਬਣ ਸਕਣ। ਸਿਰਫ ਰੁਜ਼ਗਾਰ ਹੀ ਸਾਡਾ ਮੁੱਖ ਮੁੱਦਾ ਨਾ ਹੋਵੇ। ਜੀ ਬਿਲਕੁਲ। ਪਰ ਗੱਲ ਉਹ ਹੈ ਨਾ ਵੀ ਜੋ ਦਿਖਦਾ ਹੈ, ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਉਹ ਵੀ। ਔਰ ਸਾਡਾ ਜੋ ਅੱਜ ਦਾ ਬਣ ਚੁੱਕਾ ਹੈ ਨਾ, ਉਹਦੇ 'ਚ ਮਾਹੌਲ 'ਚ ਹੈ ਵੀ ਜੋ ਦਿਖਦਾ ਹੈ ਉਹ ਵਿਕਦਾ ਹੈ ਤੇ ਨਾਲ ਹੁਣ ਇਹ ਜੁੜ ਗਿਆ ਵਾ ਵੀ ਜੋ ਜਿੰਨਾ ਦਿਖਦਾ ਹੈ ਉਨਾ ਵਿਕਦਾ ਹੈ। ਸੋ ਇਸ ਪਾਸੇ ਨੂੰ ਜਿਹੜੀ ਸਾਡੀ ਦੌੜ ਲੱਗੀ ਹੋਈ ਹੈ ਉਹਦੇ 'ਚ ਅਸੀਂ ਤਾਂ ਉਹ ਦੇਖਦੇ ਹਾਂ ਲੈ ਵੀ ਉਹਨੇ 3 ਮਹੀਨੇ ਦਾ ਕੋਰਸ ਕੀਤਾ ਸੀ, ਉਹ ਬਾਹਰ ਵੀ ਚਲਾ ਗਿਆ, ਕੈਨੇਡਾ ਸੈਟਲ ਵੀ ਹੋ ਗਿਆ ਤੇ ਡਾਲਰ ਤੇ ਪਾਉਂਡ ਵੀ ਭੇਜਣੇ ਸ਼ੁਰੂ ਕਰ ਦਿੱਤੇ ਆ ਤੇ ਦੇਖ ਲਿਆ ਉਹਨਾਂ ਨੇ ਕੋਠੀ ਪਾ ਲਈ, ਉਹਨਾਂ ਨੇ ਕਾਰ ਲੈ ਲਈ। ਸਾਡੇ ਪੈਮਾਨੇ ਹੁਣ ਬਦਲ ਚੁੱਕੇ ਨੇ ਔਰ ਅਸੀਂ ਇਸ ਵਹਿਣ ਦੇ ਵਿੱਚ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਨਾ, ਹੌਕਾ ਤਾਂ ਅਸੀਂ ਵੀ ਦਿੰਦੇ ਹਾਂ ਦੂਰਦਰਸ਼ਨ ਦੇ ਮੰਚ ਤੋਂ ਔਰ ਇੱਥੋਂ ਬਾਰ-ਬਾਰ ਅਸੀਂ ਹੌਕਾ ਦਿੰਦੇ ਹਾਂ ਕਿ ਅਸੀਂ ਆਪਣੀ ਕਿਰਦਾਰ ਵੱਲ ਗੱਲ ਕਰੀਏ, ਕਿਰਦਾਰ ਨੂੰ ਹੋਰ ਮਜ਼ਬੂਤ ਕਰੀਏ, ਪਰ ਉਸ ਗੱਲ ਨੂੰ ਸੁਣਨ ਵਾਲੇ ਲੋਕ ਘੱਟ ਨੇ। ਇਹ ਦੌਲਤਾਂ, ਇਹ ਸ਼ੋਹਰਤਾਂ, ਮੈਂ ਤਾਂ ਇਹੀ ਕਹਾਂਗੀ ਕਿ ਇਹ ਕੋਈ ਵੱਡੀ ਕਮਾਈ ਨਹੀਂ ਹੁੰਦੀ। ਔਰ ਜੇ ਤੁਹਾਡਾ ਕਿਰਦਾਰ ਹੀ ਤਾਰੀਫੇ ਕਾਬਲ ਨਹੀਂ ਹੈਗਾ ਤਾਂ, ਹੈ ਨਾ, ਆਪਣੇ ਕਿਰਦਾਰ ਨੂੰ ਉੱਚਾ ਤੇ ਸੁੱਚਾ ਕਰਨਾ ਬਹੁਤ ਜ਼ਰੂਰੀ ਹੈ। ਔਰ ਕਿਰਤ ਦੇ ਜਿਹੜੇ ਅੱਜ ਕੱਲ੍ਹ ਗੁਰਵਿੰਦਰ, ਮੈਂ ਕਹਾਂਗੀ ਕਿ ਕਿਰਤ ਦਾ ਸੰਕਲਪ ਵੀ ਬਦਲ ਗਿਆ। ਸਾਡੇ ਨੌਜਵਾਨ ਜਿਹੜੇ ਆ ਉਹ ਵਿਦੇਸ਼ਾਂ ਦੀ ਦੌੜ 'ਚ ਪਏ ਹੋਏ ਆ, ਹੈ ਨਾ। ਆਪਣੇ ਦੇਸ਼ 'ਚ ਬਹੁਤ ਕੰਮ ਹੈ, ਇੱਥੇ ਵੀ ਕੀਤਾ ਜਾ ਸਕਦਾ। ਜਦੋਂ ਮੈਂ ਦੇਖਦੀ ਹਾਂ ਕਿ ਬਾਹਰਲੀਆਂ ਸਟੇਟਸ ਤੋਂ ਆ ਕੇ ਲੋਕ ਜਿਹੜੇ ਹੈ ਉਹ ਇੱਥੇ ਬਹੁਤ ਸਾਰੇ ਕੰਮ ਸੰਭਾਲੀ ਬੈਠੇ, ਕੰਸਟਰਕਸ਼ਨ ਦਾ ਕੰਮ ਕਰ ਰਹੇ ਆ, ਪਲੰਬਰ ਹੈ, ਖਾਣ ਪੀਣ ਦਾ ਸੰਭਾਲਿਆ ਹੋਇਆ, ਤੇ ਸਾਡੇ ਪੰਜਾਬ ਦੇ ਨੌਜਵਾਨ ਕਿਉਂ ਨਹੀਂ ਕਰ ਸਕਦੇ? ਇਹ ਕਿਰਤ ਦਾ ਸੰਕਲਪ ਜਿਹੜਾ ਇਹਨੂੰ ਮੁੜ ਸੁਰਜੀਤ ਕਰਨ ਦੀ ਅੱਜ ਬਹੁਤ ਵੱਡੀ ਲੋੜ ਹੈ। ਗੱਲ ਉਹੀ ਆ ਗਈ ਨਾ, ਮੈਂ ਜਿੱਦਾਂ ਪਹਿਲੇ ਵੀ ਗੱਲ ਕਰ ਰਿਹਾ ਸੀਗਾ ਵੀ ਉਹ ਲੋਕਾਂ ਦੀ ਸੋਚ ਉਹ ਬਦਲ ਚੁੱਕੀ ਹੈ। ਉਹ ਇਹ ਨਹੀਂ ਪੁੱਛਦੇ ਤੁਹਾਨੂੰ ਵੀ ਡਿਗਰੀ
ਕਰਨ ਦਾ 3 ਸਾਲ ਦਾ ਕੀ ਤੇ ਡਿਪਲੋਮਾ ਕੀ ਤੇ ਮਾਸਟਰਸ ਕੀ, ਉਹਦੇ ਨੂੰ ਇਹਦੇ ਵੀ ਬਾਹਰ ਜਾਣ ਵਾਸਤੇ ਕੀ ਹੈ, ਪੈਸੇ ਦੀ ਦੌੜ ਹੈ ਨਾ, ਵੀ ਬਾਹਰ ਕਿਹਦੇ ਨਾਲ ਆਸਾਨੀ ਨਾਲ ਜਾ ਸਕਦੇ ਵੈਸੇ ਕਿੱਤਾ ਮੁਖੀ ਕੋਰਸਿਸ ਬਾਹਰ ਜਾਣ ਲਈ ਬੜੇ ਲਾਹੇਵੰਦ ਹੈ। ਮੈਂ ਉਹੀ ਅੱਗੇ ਗੱਲ ਮੇਰੇ ਆਪਣੇ ਕਾਲਜ ਤੋਂ ਸਾਡੇ ਇੱਕ ਸਟੂਡੈਂਟ ਸੀਗੇ, ਉਹ ਹੁਣ ਇਸ ਵੇਲੇ ਕੈਨੇਡਾ 'ਚ ਹੈ, ਕਾਸਮਟੋਲੋਜੀ ਦਾ ਡਿਪਲੋਮਾ ਕਰਕੇ ਗਏ ਸੀ, ਔਰ ਸਾਲ ਦਾ 6 ਮਹੀਨੇ ਦਾ 1 ਸਾਲ ਦਾ ਡਿਪਲੋਮਾ ਕਰਕੇ ਗਏ ਸੀਗੇ ਉਹ ਮੈਡਮ, ਸੋਨੀਆ ਉਹਨਾਂ ਦਾ ਨਾਮ, ਮੈਂ ਨਾਮ ਵੀ ਦੱਸ ਦਿੰਦੀ ਹਾਂ ਜੇ ਕਿਸੇ ਨੇ ਪਤਾ ਕਰਨਾ ਹੋਵੇ। ਔਰ ਬ੍ਰਮਟਨ ਦੇ ਵਿੱਚ ਜਿੱਥੇ ਗਾਰਡ ਹੈ ਪੰਜਾਬੀਆਂ ਦਾ, ਉੱਥੇ ਬਹੁਤ ਅੱਛਾ ਉਹਨਾਂ ਦਾ ਬਿਊਟੀ ਸਲੂਨ ਚੱਲ ਰਿਹਾ ਹੈ। ਹੁਣ ਉਹਦਾ ਨਾਂ ਨਹੀਂ ਲੈਣਾ ਆਪਾਂ ਨਹੀਂ, ਕਰੋੜਾਂ ਰੁਪਈਆ ਕਮਾ ਰਹੇ ਉੱਥੇ ਉਹ, ਲੱਖਾਂ ਰੁਪਏ, ਜੇ ਪੈਸਾ ਹੀ ਪੈਮਾਨਾ ਹੈ ਤੇ ਮੈਂ ਉਹ ਵੀ ਦੱਸ ਦਿਆਂ ਕਿ ਪੈਸਾ ਵੀ ਹੈ ਇਹਨਾਂ ਕੋਰਸਿਸ ਦੇ ਵਿੱਚ, ਪੈਸਾ ਵੀ ਕਮਾਇਆ ਜਾ ਸਕਦਾ ਹੈ। ਚਲੋ ਸਾਡੇ ਵੱਲੋਂ ਤਾਂ ਇਹ ਕਿਹਾ ਜਾਂਦਾ ਹੈ ਵੀ ਜਿਹਨੂੰ ਕੰਮ ਕਰਨ ਦਾ ਸਲੀਕਾ ਉਹਦਾ ਇੱਥੇ ਹੀ ਅਮਰੀਕਾ। ਬਹੁਤ ਅੱਛੀ ਗੱਲ। ਸੋ ਅਸੀਂ ਜੇ ਕੰਮ ਨੂੰ ਤਰੀਕੇ ਨਾਲ ਸਿੱਖ ਲਈਏ, ਪਰ ਫਿਰ ਵੀ ਸਿੱਖਣਾ ਤਾਂ ਚਾਹੀਦਾ ਹੀ ਹੈ ਨਾ, ਆਪਣੇ ਹੱਥ ਦੇ ਵਿੱਚ ਹੁਨਰ ਹੋਵੇ ਤਾਂ ਫਿਰ ਇਹ ਹੱਥੀ ਹੁਨਰ ਵਾਲੇ ਕੋਰਸਿਸ ਨੇ ਨਾ, ਜਿਨ੍ਹਾਂ ਦੇ ਜ਼ਰੀਏ ਕਿ ਇਨਸਾਨ ਜਿਹੜਾ ਹੈ ਉਹ ਆਪਣੀ ਤਰੱਕੀ ਦੇ ਲਈ ਕੰਮ ਕਰ ਸਕਦਾ। ਪਰ ਮੈਨੂੰ ਤੁਹਾਨੂੰ ਯਾਦ ਹੋਣਾ ਬਜ਼ੁਰਗ ਕਹਿੰਦੇ ਹੁੰਦੇ ਸੀ ਉਹਦੇ ਤਾਂ ਹੱਥ 'ਚ ਸ਼ਫਾ ਹੈ ਨਾ, ਉਹਨੇ ਕੀ ਭੁੱਖਾ ਮਰਨਾ, ਔਰ ਜੇ ਹੱਥ 'ਚ ਸ਼ਫਾ ਜਿੱਥੇ ਮਰਜੀ ਤੁਸੀਂ ਬਹਿ ਜਾਓ ਉੱਥੇ ਬੈਠ ਕੇ ਕਮਾ ਸਕਦੇ ਆ। ਬਿਲਕੁਲ, ਇਹ ਕਿਰਤ ਦਾ ਬੜਾ ਵੱਡਾ ਗੁਣ ਹੈ। ਹੁਣ ਇਹ ਆਂਦੇ ਵੀ ਜੇ ਅਸੀਂ ਜੌਬ ਓਪਰਚੁਨਿਟੀਜ਼ ਦੀ ਗੱਲ ਕਰਦੇ ਹਾਂ ਵੀ ਕਿੱਤਾ ਮੁਖੀ ਸਿੱਖਿਆ ਨੂੰ ਹਾਸਿਲ ਕਰਨ ਤੋਂ ਬਾਅਦ ਲੜਕੀਆਂ ਵਾਸਤੇ ਜੌਬ ਪ੍ਰਸਪੈਕਟਿਵ ਕਿਹੋ ਜਿਹੇ ਤੁਹਾਨੂੰ ਨਜ਼ਰ ਆਉਂਦੇ ਨੇ, ਸਰਕਾਰੀ ਵੀ ਔਰ ਗੈਰ ਸਰਕਾਰੀ ਵੀ, ਦੋਨੋਂ ਤਰੀਕੇ ਦੇ ਨਾਲ? ਬਹੁਤ ਵਧੀਆ ਇਹਦੇ ਵਿੱਚ ਜੌਬ ਓਪਰਚੁਨਿਟੀਜ਼ ਹੈਗੀਆਂ। ਮੈਨੂੰ ਲੱਗਾ ਕਹਿਣ ਲੱਗੇ ਬਹੁਤ ਵਧੀਆ ਸਵਾਲ ਕੀਤਾ। ਸਵਾਲ ਤਾਂ ਵਧੀਆ ਹੁੰਦੇ ਹੀ ਹੈ ਤੁਹਾਡੇ, ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈ, ਬਹੁਤ ਅੱਛੇ ਸਵਾਲ ਕਰ ਰਹੇ ਹੋ। ਬਹੁਤ ਸਾਰੇ ਮੈਂ ਤੁਹਾਨੂੰ ਦੱਸਿਆ ਜੀ, ਇਹਨਾਂ ਕੋਰਸਿਸ ਦੇ ਹਰ ਐਗਜ਼ਿਟ ਪੁਆਇੰਟ 'ਤੇ ਨੌਕਰੀ ਪਈ ਹੈ। ਜਿੱਥੇ ਵੀ ਤੁਸੀਂ ਛੱਡੋਗੇ ਉੱਥੇ ਹੀ ਤੁਸੀਂ ਕਿਤੇ ਨਾ ਕਿਤੇ ਜੁਆਇਨ ਕਰ ਲਵੋਗੇ। ਔਰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਅੰਤਰਗਤ ਜਿਹੜੇ ਹੈ ਕੋਰਸਿਸ ਕਰਵਾਏ ਜਾ ਰਹੇ ਹੈ, ਔਰ ਪੰਜਾਬ ਸਰਕਾਰ ਵੀ ਜਿਹੜੀ ਹੈ ਇਹ ਸਕਿੱਲ ਡਿਵੈਲਪਮੈਂਟ ਮਿਸ਼ਨ ਨੂੰ ਲੈ ਕੇ ਚੱਲ ਰਹੀ ਹੈ। ਔਰ ਸਰਕਾਰ ਸਾਡੀ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਧੀਆਂ ਜਿਹੜੀਆਂ ਆ ਇਹ ਪੜ੍ਹ ਲਿਖ ਕੇ ਆਰਥਿਕ ਤੌਰ 'ਤੇ ਸਵੈ ਨਿਰਭਰ ਹੋਣ, ਆਪਣੇ ਪੈਰਾਂ 'ਤੇ। ਜਿੰਨਾ ਚਿਰ ਕੁੜੀਆਂ ਖੜੀਆਂ ਨਹੀਂ ਹੋਣਗੀਆਂ ਉਨਾ ਚਿਰ ਉਹਨਾਂ ਦੀ ਬੰਦ ਖਲਾਸੀ ਸੰਭਵ ਨਹੀਂ ਹੈ। ਇਹ ਗੱਲ ਮੈਂ ਦਾਅਵੇ ਨਾਲ ਕਹਿੰਦੀ ਹਾਂ ਕਿ ਅੱਜ ਦੇ ਯੁੱਗ ਦੇ ਵਿੱਚ ਆਪਣੇ ਪੈਰਾਂ 'ਤੇ ਖੜੇ ਹੋਣਾ ਕੁੜੀਆਂ ਦੇ ਲਈ ਬਹੁਤ ਜ਼ਰੂਰੀ ਹੈ। ਔਰ ਇਹ ਕੋਰਸਿਸ ਕਰਨ ਤੋਂ ਬਾਅਦ ਜਿਹੜਾ ਹੈ ਨੌਕਰੀ ਦੇ ਬਹੁਤ ਜ਼ਿਆਦਾ ਚਾਂਸਿਸ ਹੈ, ਔਰ ਅਪਲਾਈ ਕਰੋ, ਨਾਲ ਹੀ ਤੁਹਾਨੂੰ ਨੌਕਰੀ ਮਿਲ ਜਾਂਦੀ ਹੈ। ਨੌਕਰੀ ਨਹੀਂ ਤੁਸੀਂ ਕਰਨਾ ਚਾਹੁੰਦੇ, ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਆ, ਔਰ ਹੱਥੀਂ ਨਹੀਂ ਕਰਨਾ ਕੰਮ, ਤੁਸੀਂ ਅੱਗੇ ਬੰਦੇ ਅਪਾਇੰਟ ਕਰ ਸਕਦੇ ਆ। ਵੱਡੇ ਵੱਡੇ ਪਾਰਲਰਸ, ਮੈਂ ਹੁਣ ਤੁਸੀਂ ਫਿਰ ਕਿਆ ਨਾਂ ਨਹੀਂ ਲੈਣਾ, ਮੈਂ ਹੁਣ ਸ਼ਹਿਰ ਦੇ ਵਿੱਚ ਮੈਨੂੰ ਲੱਗਦਾ ਘੱਟੋ ਘੱਟ 40-50 ਬਿਊਟੀ ਪਾਰਲਰਸ ਹੋਣਗੇ ਔਰ 40-50 ਬੁਟੀਕਸ ਹੋਣਗੇ ਜਿਹੜੇ ਸਾਡੇ ਕਾਲਜ ਦੀਆਂ ਸਟੂਡੈਂਟਸ ਚਲਾ ਰਹੀਆਂ, ਔਰ ਬੜਾ ਸਿਰ ਜਿਹੜਾ ਮਾਣ ਨਾਲ ਉੱਚਾ ਹੁੰਦਾ ਜਦੋਂ ਇਹਨਾਂ ਕੁੜੀਆਂ ਨੂੰ ਕੰਮ ਕਰਦੇ ਦੇਖਦੇ ਆ। ਤਾਂ ਇਹੀ ਨਹੀਂ ਗੁਰਵਿੰਦਰ, ਬਹੁਤ ਸਾਰੇ ਸਟੂਡੈਂਟਸ ਜਿਹੜੇ ਉਹ ਕੰਮ ਕਰ ਰਹੇ ਆ। ਅੱਛਾ, ਮੈਂ ਹੁਣ ਤੁਹਾਡੇ ਨਾਲ ਇੱਕ ਹੋਰ ਨੁਕਤਾ ਸਾਂਝਾ ਕਰਦਾ ਵਾਂ। ਅਕਸਰ ਸਾਨੂੰ ਸੁਣਨ ਦੇ ਵਿੱਚ ਆਉਂਦਾ ਵਾ ਵੀ ਜੌਬ ਫੇਅਰ ਲੱਗਾ, ਸਰਕਾਰ ਵੱਲੋਂ ਰੁਜ਼ਗਾਰ ਮੇਲੇ ਲਗਾਏ ਗਏ, ਸਟੇਡੀਅਮ ਦੇ ਵਿੱਚ ਲੱਗ ਗਿਆ, ਉੱਥੇ ਲੱਗ ਗਿਆ, ਇਸ ਕਾਲਜ 'ਚ ਲੱਗ ਗਿਆ, ਔਰ ਉਸ ਤੋਂ ਬਾਅਦ ਸਾਡੇ ਕੋਲ ਉਹ ਅੰਕੜੇ ਵੀ ਆਉਂਦੇ ਨੇ ਵੀ ਇੰਨੇ ਲੋਕਾਂ ਨੂੰ ਇੰਨੇ ਲੱਖ ਦੀ ਜੌਬ ਆਫਰ ਹੋਈ ਔਰ ਇੰਨੀਆਂ ਬੱਚੀਆਂ ਨੂੰ ਇੰਨੇ। ਇਹਨਾਂ ਜੌਬ ਫੇਅਰ ਜਿਹੜੇ ਹੁੰਦੇ ਨੇ, ਮੇਲੇ ਲੱਗਦੇ ਨੇ, ਰੁਜ਼ਗਾਰ ਮੇਲੇ ਸਰਕਾਰ ਵੱਲੋਂ, ਔਰ ਜਿਹੜੇ ਕਾਲਜ ਦੇ ਅੱਜ ਕੱਲ੍ਹ ਪਲੇਸਮੈਂਟ ਸੈੱਲ ਉਹ ਲਗਾਉਂਦੇ ਨੇ, ਉਹਨਾਂ ਦੇ ਵਿੱਚ ਵੀ ਇਹਨਾਂ ਦਾ ਕੁਝ ਹਿੱਸਾ ਬਣ ਪਾਉਂਦਾ ਜਿਹੜੇ ਕਿੱਤਾ ਮੁਖੀ ਸਿੱਖਿਆ ਹਾਸਲ ਕਰਕੇ? ਬਿਲਕੁਲ ਇਹਨਾਂ ਦੀ ਡਿਗਰੀ ਬਿਲਕੁਲ ਓਨੀ ਬਰਾਬਰ। ਕੋਈ ਤੁਸੀਂ ਸਟੈਟਿਸਟਿਕ ਦੇ ਸਕਦੇ ਹੋ ਕਿ ਜਿੱਦਾਂ ਪਹਿਲੇ ਇੰਨਾ ਸੀਗਾ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਤੇ ਹੁਣ ਇਸ ਵੇਲੇ ਇੰਨਾ? ਨਹੀਂ, ਗਰੋ ਕਰ ਰਹੇ ਆ ਬੱਚੇ, ਔਰ ਸਰਕਾਰਾਂ ਵੀ ਕੋਸ਼ਿਸ਼ ਕਰ ਰਹੀਆਂ, ਰੁਜ਼ਗਾਰ ਦੇ ਮੌਕੇ ਮੁਹੱਈਆ ਕੀਤੇ ਜਾ ਰਹੇ ਆ, ਔਰ ਬੱਚੇ ਜਿਹੜੇ ਆ, ਲੜਕੀਆਂ ਜਿਹੜੀਆਂ ਹੈਗੀਆਂ ਇਹਨਾਂ ਕਿੱਤਾ ਮੁਖੀ ਕੋਰਸਿਸ ਦੇ ਵਿੱਚੋਂ ਵੀ ਬਹੁਤ ਅੱਛੀਆਂ ਸੈਟਲ ਹੋ ਰਹੀਆਂ ਆ। ਇੱਦਾਂ ਅੰਕੜੇ ਤਾਂ ਹੁਣ ਮੈਨੂੰ ਜ਼ੁਬਾਨੀ ਨਹੀਂ ਯਾਦ ਹੈਗੇ, ਪਰ ਮੈਂ ਦੇਖ ਰਹੀ ਹਾਂ ਕਿ ਮੋਟੇ ਤੌਰ ਤੇ ਮਤਲਬ ਗ੍ਰੋਥ ਤਾਂ ਨਜ਼ਰ ਗ੍ਰੋਥ ਤਾਂ ਨਜ਼ਰ ਆ ਹੀ ਰਹੀ ਹੈ। ਇਹਨਾਂ ਕੋਰਸਿਸ ਦੇ ਨਾਲ ਬਹੁਤ ਜ਼ਿਆਦਾ ਇਕਨੋਮਿਕਲੀ ਇੰਡੀਪੈਂਡੈਂਟ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਰਹੇ ਨੇ। ਠੀਕ ਹੈ, ਇਹ ਤਾਂ ਹੋ ਗਿਆ ਵੀ ਜੌਬ ਓਪਰਚੁਨਿਟੀਜ਼ ਦੀ ਅਸੀਂ ਗੱਲ ਕੀਤੀ। ਹੁਣ ਇਹ ਵੀ ਜਦੋਂ ਅਸੀਂ ਕਿਸੇ ਮੁੱਦੇ 'ਤੇ ਅਸੀਂ ਗੱਲ ਕਰਦੇ ਹਾਂ ਤਾਂ ਫਿਰ ਉਹਦੇ ਵਿੱਚ ਆਉਂਦਾ ਹੈ ਕਿ ਸਾਨੂੰ ਕਿਤੋਂ ਇਮਦਾਦ ਮਿਲ ਜਾਏ, ਕਿਹੜੀਆਂ ਸਕੀਮਸ ਜਾਂ ਕੋਈ ਇਮਦਾਦ ਸਾਨੂੰ ਸਰਕਾਰ ਵੱਲੋਂ ਵੀ ਮਿਲਦੀ ਹੈ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਫਿਲਹਾਲ ਸਾਡੇ ਕੋਲ ਸਾਡੇ ਪ੍ਰੋਗਰਾਮ ਦਾ ਨਾਂ ਹੈ ਗੱਲਾਂ ਤੇ ਗੀਤ, ਤੇ ਗੱਲਾਂ ਤੇ ਬਹੁਤ ਸਾਰੀਆਂ ਆਪਾਂ ਕਰੀ ਜਾ ਰਹੇ ਹਾਂ ਤੇ ਕਰਨੀਆਂ ਵੀ ਨੇ ਹੋਰ, ਪਰ ਜੇ ਇਜਾਜ਼ਤ ਹੋਵੇ ਤਾਂ ਆਪਾਂ ਗੀਤ ਵੀ ਦੇਖ ਲਈਏ। ਆਓ ਇੱਕ ਗੀਤ ਦੇਖਦੇ ਹਾਂ, ਫਿਰ ਮਿਲਦੇ ਹਾਂ। ਵੇਲੇ ਬਾਬਲ
ਨੈਣਾ ਦੀ ਫੁਲਕਾਰੀ ਮਸਤਾਨੀ ਗਲ ਵਿੱਚ ਗਾਨੀ ਨੀ ਤੈਨੂੰ ਦੁਨੀਆ ਨਾਲੋਂ ਚੜੀ ਜਵਾਨੀ ਨਿਆਰੀ ਤੇਰੇ ਨੈਣਾ ਦੇ ਵਿੱਚ ਤਰਦਾ ਸੁਪਨਾ ਸੱਜਣਾ ਦਾ ਮੈਂ ਸਦਕੇ ਪਾਰੇ ਵਾਂਗ ਪਿਘਲ ਗਈ ਤੂੰ ਸਾਰੀ ਦੀ ਸਾਰੀ ਖੇਡ ਪਿਆਰੀ ਰਾਜੇ ਬਾਬਲ ਦਾ ਹੋ ਜਾਣਾ ਦੇਸ਼ ਬੇਗਾਨਾ ਨੀ ਜੰਮੇ ਚਿੜੀਆਂ ਦੇ ਨੇ ਜਾਣਾ ਮਾਰ ਉਡਾਰੀ। ਰੁਜ਼ਗਾਰ ਦੇ ਮੌਕਿਆਂ ਦੀ ਗੱਲ ਕਰ ਰਹੇ ਹਾਂ, ਕਿੱਤਾ ਮੁਖੀ ਰੁਜ਼ਗਾਰ ਔਰ ਕਿੱਤਾ ਮੁਖੀ ਸਿੱਖਿਆ ਦੇ ਵਿੱਚ ਲੜਕੀਆਂ ਦਾ ਕੀ ਇਸ ਵੇਲੇ ਸਥਾਨ ਹੈ ਉਹਦੇ ਬਾਰੇ ਗੱਲ ਕਰ ਰਹੇ ਹਾਂ। ਅੱਜ ਡਾਕਟਰ ਸਾਹਿਬ ਅਸੀਂ ਜਦੋਂ ਗੱਲ ਕਰ ਰਹੇ ਹਾਂ ਕਿੱਤਾ ਮੁਖੀ ਸਿੱਖਿਆ ਦੇ ਬਾਰੇ ਤੁਸੀਂ ਬੜੀਆਂ ਖੂਬਸੂਰਤ ਗੱਲਾਂ ਕੀਤੀਆਂ। ਹੁਣ ਇਹ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਕਿੱਤਾ ਮੁਖੀ ਸਿੱਖਿਆ ਦੇ ਜਿਹੜੇ ਕੋਰਸ ਬਣ ਰਹੇ ਨੇ ਉਹਨਾਂ ਦਾ ਜ਼ਾਹਿਰ ਤੌਰ 'ਤੇ ਕੋਈ ਨਾ ਕੋਈ ਸਿਲੇਬਸ ਕੋਈ ਨਾ ਕੋਈ ਸੰਰਚਨਾ ਵੀ ਹੋਏਗੀ ਵੀ ਕਿੱਥੋਂ ਚੱਲ ਕੇ ਕਿੱਥੋਂ ਤੱਕ ਪਹੁੰਚਣਾ ਹੈ ਅਤੇ ਇਹ ਚੀਜ਼ਾਂ ਕੌਣ ਕਿਸ ਤਰੀਕੇ ਦੇ ਨਾਲ ਇਹਦੇ ਪਿੱਛੇ ਕਿੱਦਾਂ ਕੀ ਕਾਰਜ ਪ੍ਰਣਾਲੀ ਕੀ ਹੈ ਸਾਨੂੰ ਉਹਦੇ ਨਾਲ ਵੀ ਥੋੜ੍ਹੀ ਇਹ ਜਿਹੜੇ ਸਿਲੇਬਸ ਫਰੇਮ ਕੀਤੇ ਜਾਂਦੇ ਇੰਡਸਟਰੀ ਦੀਆਂ ਜਿਹੜੀਆਂ ਲੋੜਾਂ ਆ ਉਹਨਾਂ ਨੂੰ ਮੁੱਖ ਰੱਖ ਕੇ ਫਰੇਮ ਕੀਤੇ ਜਾਂਦੇ ਆ। ਇਹ ਦੇਖਿਆ ਜਾਂਦਾ ਹੈ ਕਿ ਇਸ ਜੌਬ ਦੇ ਲਈ ਕਿਹੜੇ ਸਕਿੱਲ ਚਾਹੀਦੇ ਆ ਔਰ ਫਿਰ ਉਹਦੇ ਹਿਸਾਬ ਨਾਲ ਉਹਦਾ ਫਾਇਦਾ ਇਹ ਹੁੰਦਾ ਆ ਕਿ ਇੱਕ ਤਾਂ ਇੰਡਸਟਰੀ ਜਿਹੜੀ ਆ ਉਹਨੂੰ ਸਕਿਲਡ ਜਿਹੜਾ ਹੈ ਕਾਮਾ ਮਿਲ ਜਾਂਦਾ ਹੈ ਔਰ ਦੂਸਰੇ ਪਾਸੇ ਇੱਕ ਜਿਹੜਾ ਇਨਸਾਨ ਹੈ ਉਹਨੂੰ ਰੁਜ਼ਗਾਰ ਵੀ ਹਾਸਲ ਹੋ ਜਾਂਦਾ ਆ। ਔਰ ਇਹ ਸਿਲੇਬਸ ਜਿਹੜੇ ਫਰੇਮ ਕਰਨ ਲੱਗੇ ਇਹਨਾਂ ਗੱਲਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ। ਜਦੋਂ ਅਸੀਂ ਵੀ ਅਪਲਾਈ ਕਰਦੇ ਹਾਂ ਨਾ ਕਿਸੇ ਵੀ UGC ਨੂੰ ਜਾਂ ਕਿਸੇ ਵੀ ਅਦਾਰੇ ਨੂੰ ਇਹਨਾਂ ਕੋਰਸਿਸ ਦੇ ਲਈ ਸਿਲੇਬਸ ਫਰੇਮ ਕਰਕੇ ਅਸੀਂ ਆਪ ਸਿਲੇਬਸ ਫਰੇਮ ਕਰਕੇ ਭੇਜਦੇ ਹਾਂ ਔਰ ਜਿਹੜਾ ਸਾਨੂੰ ਸਭ ਤੋਂ ਪਹਿਲਾ ਪ੍ਰਸ਼ਨ ਪੁੱਛਿਆ ਜਾਂਦਾ ਕਿ ਇਹਦੇ ਵਿੱਚ ਨੌਕਰੀ ਦੇ ਕਿੰਨੇ ਕੁ ਮੌਕੇ ਆ ਔਰ ਸਭ ਤੋਂ ਪਹਿਲਾਂ ਧਿਆਨ ਜਿਹੜਾ ਪੂਰਾ ਫੋਕਸ ਜਿਹੜਾ ਹੈ ਜੌਬ ਤੇ ਹੈ ਕਿ ਜੌਬ ਜਿਹੜੀ ਹੈ ਉਹਦੇ ਲਈ ਚਾਂਸਿਸ ਕਿੰਨੇ ਕੁ ਬ੍ਰਾਈਟ ਹੋ ਜਾਂਦੇ ਆ ਇਹ ਕੋਰਸ ਕਰਨ ਤੋਂ ਬਾਅਦ। ਅਤੇ ਜਿਹੜੀਆਂ ਲੜਕੀਆਂ ਇਸ ਵੇਲੇ ਤੁਹਾਡੇ ਕੋਲ ਜਿੱਦਾਂ ਕਿ ਤੁਸੀਂ ਦੱਸਿਆ ਕਿ ਬਾਹਰ ਵੀ ਬੜੇ ਖੂਬਸੂਰਤ ਸੈਟਲ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਭਵਿੱਖ ਤੁਸੀਂ ਦੇਖਦੇ ਹੋ ਵੀ
ਹੋਰ ਵੀ ਨਵੇਂ ਕੋਰਸ ਜਿਹੜੇ ਨੇ ਉਹ ਜੋੜੇ ਜਾ ਸਕਦੇ ਨੇ ਜਾਂ ਜੋੜੇ ਜਾ ਰਹੇ ਨੇ, ਜਾਂ ਕਿ ਜਿਹੜੇ ਹੈ ਨੇ ਉਹ ਆਪਣੇ ਆਪ ਦੇ ਵਿੱਚ ਅਜੇ ਉਹ ਹੀ ਨਹੀਂ ਪੂਰੇ ਹੋ ਰਹੇ, ਉਹਨਾਂ ਨੂੰ ਹੀ ਲੋਕੀ ਜਿਹੜੇ ਨੇ ਉਹ ਬਹੁਤ ਸਿਰ ਮੱਥੇ ਲੈ ਰਹੇ ਨੇ? ਬਹੁਤ ਸਾਰੇ ਕੋਰਸਿਸ ਜਿਹੜੇ ਹੈ ਉਹ ਹੋਰ ਨਵੇਂ ਵੀ ਜਿਹੜੇ ਹੈ ਹਰ ਸਾਲ ਹੀ ਕੁਝ ਲੋੜਾਂ ਦੇ ਮੁਤਾਬਕ। ਨੈਨੀ ਦਾ ਕੋਰਸ ਜਿਹੜਾ ਉਹ ਪਹਿਲਾਂ ਕਦੀ ਨਹੀਂ ਸੀ ਸੋਚਿਆ ਸੀਗਾ ਨਾ ਕਿ ਅਨਟ੍ਰੇਨਡ ਬੰਦਾ ਵੀ ਕਰ ਲੈਂਦਾ ਸੀਗਾ, ਸੰਭਾਲ ਲੈਂਦਾ ਸੀਗਾ, ਹੁਣ ਉਹ ਇਦਾਂ ਦੇ ਕੋਰਸਿਸ ਵੀ ਆ ਰਹੇ ਆ। ਇਹ ਕੀ ਹੈ ਨੈਨੀ ਦਾ ਕੋਰਸ? ਕੀ ਹੁੰਦਾ? ਬੱਚੇ, ਛੋਟੇ ਬੱਚਿਆਂ ਨੂੰ ਸੰਭਾਲਣਾ ਆ, 올ਡ ਏਜ ਦੇ ਜਿਹੜੇ ਲੋਕ ਆ ਉਹਨਾਂ ਦੀ ਕੇਅਰ ਕਰਨੀ ਆ, ਕੇਅਰ ਟੇਕਰ ਦਾ ਜਿਹੜਾ ਹੈ ਕੋਰਸ ਕਰਕੇ ਉਹ ਬਹੁਤ ਅੱਛੀ ਤਰ੍ਹਾਂ ਫਿਰ ਜਿਹੜਾ ਹੈ, ਮੈਂ ਉਹ ਪਹਿਲਾਂ ਵੀ ਦੱਸਿਆ ਨਾ ਕਿ ਸੁਸਾਇਟੀ ਦੇ ਲਈ ਵੀ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਇਹਨਾਂ ਕੋਰਸਿਸ ਦੇ ਰਾਹੀਂ। ਔਰ ਨਵੇਂ ਜਿੱਦਾਂ ਜਿੱਦਾਂ ਲੋੜਾਂ ਵੱਧ ਰਹੀਆਂ ਨਾ ਉੱਦਾਂ ਹੀ ਨਵੇਂ ਕੋਰਸਿਸ ਆਈ ਜਾ ਰਹੇ ਆ। ਪਹਿਲਾਂ ਕਦੀ ਗੁਰਿੰਦਰ ਜੁਆਇੰਟ ਫੈਮਲੀਜ਼ ਹੁੰਦੀਆਂ ਸੀਗੀਆਂ ਤੇ ਬਜ਼ੁਰਗਾਂ ਨੂੰ ਘਰ 'ਚ ਹੀ ਸੰਭਾਲਿਆ ਜਾਂਦਾ ਸੀਗਾ, 3-4 ਪੁੱਤ ਹੋਣੇ, 3-4 ਨੂੰਹਾਂ ਹੋਣੀਆਂ, ਪੋਤੇ ਪੋਤੀਆਂ ਰਲ ਕੇ ਬਜ਼ੁਰਗਾਂ ਨੂੰ ਸੰਭਾਲ ਲੈਣਾ। ਤੇ ਹੁਣ ਇਸ ਵੇਲੇ ਜਿਹੜਾ ਹੈ ਘਰ ਟੁੱਟ ਗਏ ਔਰ ਕੇਅਰ ਟੇਕਰਸ ਦੀ 올ਡ ਏਜ ਹੋਮਸ ਦੇ ਵਿੱਚ ਬਜ਼ੁਰਗਾਂ ਨੂੰ ਧੱਕਿਆ ਜਾ ਰਿਹਾ। ਔਰ ਫਿਰ ਜੇ ਘਰਾਂ ਦੇ ਵਿੱਚ ਵੀ ਸਾਂਭਣਾ ਆ ਤੇ ਨੌਕਰੀ ਪੇਸ਼ਾ ਨੂੰਹਾਂ ਆ, ਧੀਆਂ ਆ, ਸਾਰੇ ਕੰਮ ਕਰਦੇ ਆ, ਵਕਤ ਨਹੀਂ ਹੈ ਕਿਸੇ ਕੋਲ ਵੀ। ਔਰ ਫਿਰ ਇਸ ਕਰਕੇ ਕੇਅਰ ਟੇਕਰਸ ਦੀ ਲੋੜ ਪੈ ਰਹੀ ਹੈ। ਉਹ ਟ੍ਰੇਨਡ ਕੇਅਰ ਟੇਕਰਸ ਜਿਹੜੇ ਆ ਉਹਨਾਂ ਨੂੰ ਵੀ ਇਹ ਕੋਰਸਿਸ ਕਰਵਾਏ ਜਾ ਰਹੇ ਆ। ਔਰ ਇਹ ਕੋਰਸਿਸ ਜਿਹੜੇ ਹੈ ਸਿਰਫ ਸਰਕਾਰੀ ਅਦਾਰੇ ਨਹੀਂ ਕਰਵਾ ਰਹੇ। ਮੈਂ ਦੇਖਿਆ, ਮੈਂ ਨਾਰੀ ਚੇਤਨਾ ਮੰਚ ਹੈ ਮੇਰੇ ਕੋਲ ਹੀ ਇੱਕ, ਉੱਥੇ ਜਿਹੜਾ ਹੈ ਵੈਲਫੇਅਰ ਸੁਸਾਇਟੀ ਹੈ, ਔਰਤਾਂ ਲਈ ਕੰਮ ਕਰ ਰਹੀ ਹੈ। ਉਹਨਾਂ ਘੱਟੋ ਘੱਟ 6 ਸਿਲਾਈ ਸੈਂਟਰ ਚਲਾ ਰਹੇ ਆ ਔਰ ਸਰਟੀਫਿਕੇਟ ਵੀ ਦੇ ਰਹੇ ਆ। ਔਰ ਦੇਖੋ ਨਾ, ਔਰ ਕੋਈ ਫੀਸ ਨਹੀਂ ਲੈ ਰਹੇ। ਇਸ ਤਰ੍ਹਾਂ ਦੀਆਂ ਜਿਹੜੀਆਂ NGOs ਹੈ, ਅੱਛੀਆਂ NGOs ਜਿਹੜੀਆਂ ਹੈਗੀਆਂ ਉਹ ਵੀ ਯੋਗਦਾਨ ਪਾ ਰਹੀਆਂ। ਔਰ ਸਮਾਜਿਕ ਵਿਕਾਸ ਦੇ ਵਿੱਚ ਜਿਹੜਾ ਹੈ ਸਾਡਾ ਹਿੱਸਾ, ਤੁਸੀਂ ਕਹਿੰਦੇ ਕਿ ਔਰਤਾਂ ਦੇ ਲਈ, ਔਰਤਾਂ ਤਾਂ ਬੜੀ ਦੇਰ ਤੋਂ ਕਹਿ ਰਹੀਆਂ ਕਿ ਸਾਨੂੰ ਵੀ ਅੱਗੇ ਆਉਣ ਦੇ ਮੌਕੇ ਦਿਓ। ਕੰਮ ਤਾਂ ਅਸੀਂ ਕਰ ਰਹੇ ਹਾਂ ਸ਼ੁਰੂ ਤੋਂ ਹੀ, ਪਰ ਪਿੱਠ ਭੂਮੀ 'ਚ ਰਹਿ ਕੇ ਅੱਗੇ ਨਹੀਂ ਸਾਨੂੰ ਆਉਣ ਦਿੱਤਾ ਗਿਆ। ਔਰ ਹੁਣ ਮੌਕਾ ਆ ਗਿਆ ਕਿ ਔਰਤਾਂ ਜਿਹੜੀਆਂ ਉਹ ਫਰੰਟ ਤੇ ਆ ਕੇ ਜਿਹੜਾ ਹੈ ਆਪਣਾ ਕੰਮ ਕਰ ਰਹੀਆਂ, ਸਮਾਜ ਦੇ ਲਈ ਬਹੁਤ ਕੁਝ ਕਰ ਰਹੀਆਂ ਔਰਤਾਂ। ਬਹੁਤ ਅੱਛਾ, ਇੱਕ ਹੁਣ ਇਹ ਵੀ ਇੱਕ ਹੁੰਦਾ ਵੀ ਔਰਤਾਂ ਨੂੰ ਜਿਹੜੀ ਸਿੱਖਿਆ ਦਿੱਤੀ ਜਾ ਰਹੀ ਹੈ, ਲੜਕੀਆਂ ਨੂੰ, ਉਹ ਸਿੱਖਿਆ ਦੇਣ ਵਾਲੇ ਅਧਿਆਪਕ ਜਿਹੜੇ ਨੇ ਉਹ ਖੁਦ ਵੀ ਅਗਰ ਲੇਡੀਜ਼ ਹੋਣ ਤੇ ਸ਼ਾਇਦ ਉਹ ਜ਼ਿਆਦਾ ਇੱਕ ਅੱਛਾ ਬੌਂਡਿੰਗ ਬਣ ਸਕਦੀ ਹੈ ਅੱਛੇ ਤਰੀਕੇ ਨਾਲ। ਕੀ ਇਦਾਂ ਵੀ ਹੈ ਜਾਂ ਕਿ ਅਜੇ ਨਹੀਂ? ਮੇਰੇ ਖਿਆਲ 'ਚ ਇਦਾਂ ਤਾਂ ਤੁਸੀਂ ਇੱਕ ਬੰਦਿਸ਼ਾਂ ਜਿਹੜੀਆਂ ਲੱਗ ਜਾਣਗੀਆਂ ਜਦੋਂ ਅਸੀਂ ਕੰਮ ਕਰਨ ਲਈ ਫੀਲਡ 'ਚ ਜਾਂਦੇ ਆ ਤੇ ਮਰਦਾਂ ਦੇ ਨਾਲ ਹੀ ਕੰਮ ਕਰਦੇ ਆ। ਮਰਦ ਕੋਈ ਹਊਆ ਨਹੀਂ ਹੈਗੇ, ਉਹ ਸਾਡੇ ਹੀ ਭਰਾ ਆ, ਸਾਡੇ ਹੀ ਪਿਓ ਆ, ਔਰ ਬੜੇ ਉਹ ਸਾਨੂੰ ਸਾਡੇ ਅੰਦਰ ਦੀ ਤਾਕਤ ਨਾਲ ਰੂਬਰੂ ਕਰਾ ਰਹੇ ਆ। ਕਹਿਣ ਦਾ ਮਤਲਬ ਹੈ ਜਿੱਦਾਂ ਤੁਸੀਂ ਹੈਲਥ ਐਂਡ ਬਿਊਟੀਸ਼ਨ ਦੀ ਗੱਲ ਕਰਦੇ ਆ ਤੇ ਬਿਊਟੀਸ਼ਨ ਦੇ ਵਿੱਚ ਜ਼ਿਆਦਾਤਰ ਤਾਂ ਔਰਤਾਂ ਹੀ ਨੇ, ਤਾਂ ਸਿਖਲਾਈ ਵੀ ਔਰਤਾਂ ਨੂੰ ਦੇ ਰਹੀਆਂ। ਨਹੀਂ ਗੁਰਵਿੰਦਰ, ਹੁਣ ਤਾਂ ਲੜਕੇ ਬਹੁਤ ਇਸ ਫੀਲਡ ਨੂੰ ਸੰਭਾਲੀ ਬੈਠੇ ਆ। ਮੇਰੇ ਆਪਣੇ ਨੋਨ ਹੈਗੇ ਲੜਕੇ ਜਿਹੜੇ ਬੜਾ ਅੱਛਾ ਕੰਮ ਕਰ ਰਹੇ ਆ। ਉਲਟਾ ਸਮਝਦੇ ਆ ਵੀ ਹਰ ਫੀਲਡ 'ਚ ਲੜਕੀਆਂ ਅੱਗੇ। ਨਾ ਲੜਕੇ ਵੀ ਆ ਰਹੇ ਅੱਗੇ। ਔਰ ਮੈਨੂੰ ਨਹੀਂ ਲੱਗਦਾ ਕਿ ਇਦਾਂ ਦਾ ਕੋਈ ਵੀ ਜਿਹੜੀ ਹੈ ਕਿਸੇ ਤਰ੍ਹਾਂ ਦੀ ਬੰਦਿਸ਼ ਨਹੀਂ ਹੋਣੀ ਚਾਹੀਦੀ। ਜਦੋਂ ਸਿੱਖ ਕੇ ਕੰਮ ਲਈ ਜਾਣਾ ਤੇ ਉੱਥੇ ਤਾਂ ਅਸੀਂ ਇਕੱਠੇ ਹੀ ਕੰਮ ਕਰਨਾ ਨਾ। ਤੇ ਫਿਰ ਇਦਾਂ ਸਿਖਾਉਣ ਵਾਲਿਆਂ ਦੀ ਗੱਲ ਕਰ ਰਹੇ ਹਾਂ। ਨਹੀਂ, ਸਿਖਾਉਣ ਵਾਲੇ ਵੀ ਜਦੋਂ ਕੰਮ ਇਕੱਠੇ ਕਰਨਾ ਤੇ ਸਿਖਾਉਣ ਵਾਲੇ ਵੀ ਜੇ ਮਰਦ ਹੋਣਗੇ, ਮਰਦ ਕੋਈ ਹਊਆ ਨਹੀਂ ਹੈ, ਹੈ ਨਾ। ਆਪਾਂ ਇੱਕ ਹਊਆ ਜਿਹਾ ਕ੍ਰੀਏਟ ਕਰਦੇ, ਸਾਰੇ ਮਰਦ ਮਾੜੇ ਨਹੀਂ ਹੈਗੇ, ਠੀਕ ਹੈ, ਅਸੀਂ ਮੰਨਦੇ ਹਾਂ ਇਸ ਗੱਲ ਨੂੰ ਜੀ। ਅੱਛਾ, ਹੁਣ ਆਪਾਂ ਆਉਂਦੇ ਹਾਂ ਵੀ ਜਦੋਂ ਅਸੀਂ ਕਿੱਤਾ ਮੁਖੀ ਸਿੱਖਿਆ ਹਾਸਿਲ ਕਰ ਲਈ ਔਰ ਉਸ ਤੋਂ ਬਾਅਦ ਸਾਨੂੰ ਲੱਗਦਾ ਹੈ ਕਿ ਇਹ ਵਾਲਾ ਜਿਹੜਾ ਕਿੱਤਾ ਮੁਖੀ ਸਿੱਖਿਆ ਜਿਹੜੀ ਮੈਂ ਲਈ ਹੈ ਨਾ, ਇਹਦੇ ਨਾਲ ਮੈਨੂੰ ਆਦੀ ਵੀ ਜ਼ਰੂਰਤ ਹੈ। ਇਹ ਸਮੇਂ ਦੇ ਨਾਲ ਲੱਗਦਾ ਹੈ ਕਿ ਇੱਕ ਹੋਰ ਚੀਜ਼ ਮੈਨੂੰ ਐਡ ਔਨ ਕਰ ਲੈਣੀ ਚਾਹੀਦੀ ਹੈਗੀ, ਜੋੜ ਲੈਣੀ ਚਾਹੀਦੀ ਹੈ। ਜਿੱਦਾਂ ਕਿ ਸਿੱਖਿਆ ਦੇ ਵਿੱਚ, ਰਵਾਇਤੀ ਸਿੱਖਿਆ ਦੇ ਵਿੱਚ ਵੀ ਸਾਨੂੰ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇਹ ਮਹਿਸੂਸ ਹੁੰਦਾ ਕਿ ਨਹੀਂ, ਹੁਣ ਮੈਨੂੰ ਮਾਸਟਰਸ ਵੀ ਕਰ ਲੈਣੀ ਚਾਹੀਦੀ ਹੈ। ਕਿ ਇਹਦੇ ਵਿੱਚ ਵੀ ਅੱਗੇ ਲੈਵਲ ਹੈ ਨੇ ਵੀ ਕਿ ਸਾਲ ਦਾ ਕੋਰਸ ਕੀਤਾ ਉਸ ਤੋਂ ਬਾਅਦ ਮੈਂ ਇਹਨੂੰ ਹੋਰ ਵਧਾ ਕੇ 3 ਸਾਲ ਦਾ ਵੀ ਕਰ ਸਕਾਂ? ਹਾਂ, ਬਿਲਕੁਲ ਹੈ। ਸਾਰੇ ਮੈਂ ਦੱਸਿਆ ਨਾ, ਸਰਟੀਫਿਕੇਸ਼ਨ ਹੈ, ਫਿਰ ਡਿਪਲੋਮਾ ਹੈ, ਐਡਵਾਂਸ ਡਿਪਲੋਮਾ ਹੈ, ਡਿਗਰੀ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਵਾਇਤੀ ਸਿੱਖਿਆ ਦੇ ਨਾਲ ਵੀ ਇਹ ਕੋਰਸਿਸ ਕੀਤੇ ਜਾ ਸਕਦੇ ਆ। ਜੇ ਤੁਸੀਂ ਡਿਗਰੀ ਗ੍ਰੈਜੂਏਸ਼ਨ ਕਰ ਰਹੇ ਹੋ, ਗ੍ਰੈਜੂਏਸ਼ਨ ਦੇ ਨਾਲ ਜੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਬਿਊਟੀ ਐਂਡ ਵੈਲਨੈਸ ਦਾ ਡਿਪਲੋਮਾ ਕਰਨਾ ਹੈ, ਤੁਸੀਂ ਰਿਟੇਲ ਮੈਨੇਜਮੈਂਟ ਤੇ ਕੁਝ ਪੜ੍ਹਨਾ ਚਾਹੁੰਦੇ ਆ, ਉਹਦੀ ਸਿੱਖਿਆ ਲੈਣਾ ਚਾਹੁੰਦੇ ਆ, ਤੁਸੀਂ ਕੋਈ ਵੀ ਡਿਪਲੋਮਾ, ਕੋਈ ਵੀ ਡਿਗਰੀ ਜਿਹੜੀ ਅਲੱਗ ਦੇ ਵਿੱਚ ਨਾਲ ਲੈ ਸਕਦੇ। ਐਟ ਏ ਟਾਈਮ ਤੁਸੀਂ 2 ਡਿਗਰੀਜ਼ ਲੈ ਸਕਦੇ ਆ। ਹੁਣ ਆਪਾਂ ਕੋਰਸਿਸ ਦੀ ਜਿੱਦਾਂ ਗੱਲ ਕਰਦੇ ਹਾਂ, ਥੋੜ੍ਹੀ ਜਿਹੀ ਹੋਰ ਡਿਟੇਲ 'ਚ ਗੱਲ ਕਰਦੇ ਹਾਂ। ਜਿੱਦਾਂ ਤੁਸੀਂ ਗੱਲ ਇਹੀ ਕੀਤੀ ਵੀ 2 ਸਾਲ ਦਾ, 3 ਸਾਲ ਦਾ, ਇਸ ਤਰੀਕੇ ਨਾਲ ਵੀ ਹੈ। ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰੀ ਕਿ ਪਹਿਲੇ ਸਾਲ 'ਚ ਕੀ ਹੁੰਦਾ, 2 ਸਾਲਾਂ 'ਚ ਕਿੰਨਾ ਕਰਵਾਉਂਦੇ ਆ, 3 ਸਾਲ 'ਚ ਕੀ ਇਹੋ ਜਿਹਾ ਹੁੰਦਾ। ਇਹਦੇ ਬਾਰੇ ਵੀ ਥੋੜਾ ਚਾਨਣਾ ਪਾਓ ਵੀ ਕਿਹੜੇ ਕੋਰਸ 'ਚ ਕਿੱਦਾਂ ਹੋ ਸਕਦਾ। ਇੱਕ ਸਬਜੈਕਟ ਦੀ ਜੇ ਮੈਂ ਗੱਲ ਕਰਾਂ, ਹੈ ਨਾ, ਕਾਸਮੈਟੋਲੋਜੀ 'ਚ ਹੀ ਦੇਖ ਲਓ ਤੁਸੀਂ, ਜਿਹਦੇ 'ਚ ਤੁਸੀਂ 6 ਮਹੀਨੇ ਦਾ ਕੋਰਸ ਕਰਦੇ ਆ, 6 ਮਹੀਨੇ ਲਈ ਤੁਸੀਂ ਸਰਟੀਫਿਕੇਸ਼ਨ ਕੋਰਸ ਕਰਦੇ ਆ, ਉਹਦੇ 'ਚ ਤੁਹਾਨੂੰ ਆਪਣੇ ਲਈ ਤਿਆਰ ਹੋਣਾ ਸਿਖਾ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਸੇ ਛੋਟੀ ਮੋਟੀ ਪਾਰਟੀ ਤੇ ਜਾਣਾ ਆ, ਤੁਸੀਂ ਇੰਟਰਵਿਊ ਨੂੰ ਫੇਸ ਕਰਨਾ ਆ, ਔਰ ਤੁਸੀਂ ਕਿਸ ਤਰ੍ਹਾਂ ਤਿਆਰ ਹੋ ਕੇ ਜਾਣਾ ਆ, ਹੈ ਨਾ। ਔਰ ਤੁਸੀਂ 1 ਸਾਲ ਦਾ ਕਰ ਰਹੇ ਹੋ, ਤੁਸੀਂ ਬਾਹਰ ਕੰਮ ਕਰਨਾ ਚਾਹੁੰਦੇ ਆ, ਤੁਸੀਂ ਆਪਣਾ
ਬਿਊਟੀ ਤੇ ਕੋਈ ਕੰਮ ਕਰਨਾ ਚਾਹੁੰਦੇ ਆ, ਉਹਦੇ ਲਈ ਤੁਸੀਂ ਬ੍ਰਾਈਡਲ ਮੇਕਅਪ ਕਿੱਦਾਂ ਕਰਨਾ ਆ, ਤੁਸੀਂ ਅੰਗੇਜਮੈਂਟ ਲਈ ਬੱਚੇ ਨੂੰ ਕਿੱਦਾਂ ਤਿਆਰ ਕਰਨਾ ਆ, ਮਤਲਬ ਇਸ ਤਰ੍ਹਾਂ ਐਡਵਾਂਸ ਸਟੱਡੀ ਅੱਗੇ ਅੱਗੇ ਜਿਹੜੀ ਹੈ ਹੋਈ ਜਾਂਦੀ ਹੈ। ਬਿਲਕੁਲ ਇਸੇ ਤਰ੍ਹਾਂ ਫੈਸ਼ਨ ਡਿਜ਼ਾਈਨਿੰਗ ਦੀ ਜੇ ਮੈਂ ਗੱਲ ਕਰਾਂ, 6 ਮਹੀਨੇ 'ਚ ਤੁਹਾਨੂੰ ਬੇਸਿਕ ਗੱਲਾਂ ਸਿਖਾਤੀਆਂ ਜਾਂਦੀਆਂ, ਇੱਕ ਸਿੰਪਲ ਸੂਟ ਸੀਣਾ ਸਿਖਾਤਾ ਜਾਂਦਾ ਹੈ ਨਾ। ਫਿਰ ਉਸ ਤੋਂ ਬਾਅਦ ਕੱਪੜੇ ਦੇ ਉੱਤੇ ਸਾਰਾ ਜਿਹੜਾ ਹੈ ਇੰਡਸਟਰੀ ਦੇ ਨਾਲ ਜੋੜ ਕੇ ਫਿਰ ਉਹਨਾਂ ਨੂੰ ਟ੍ਰੇਨਿੰਗ ਕਰਾਈ ਜਾਂਦੀ ਹੈ। ਲੁਧਿਆਣੇ ਅਸੀਂ ਭੇਜਦੇ ਹਾਂ ਆਪਣੇ ਸਟੂਡੈਂਟਸ ਨੂੰ, ਇੰਡਸਟਰੀ ਦੇ ਵਿੱਚ ਜਾਂਦੇ ਆ, ਉੱਥੇ ਦੇਖਦੇ ਆ ਕੱਪੜਾ ਕਿਵੇਂ ਬਣਦਾ ਆ, ਫੈਸ਼ਨ ਦਾ ਇਸ ਵੇਲੇ ਕੀ ਟ੍ਰੈਂਡ ਹੈਗਾ ਆ, ਕਿਉਂਕਿ ਦੇਖੇ ਨਾ ਗਲੋਬਲ ਲੈਵਲ ਦੇ ਉੱਤੇ ਜਿਹੜਾ ਹੈ ਫੈਸ਼ਨ ਅੱਜ ਕੱਲ੍ਹ ਪਲ ਪਲ 'ਚ ਬਦਲ ਰਿਹਾ ਆ। ਮਤਲਬ ਯਾਨੀ ਤੁਸੀਂ ਟ੍ਰੇਨਿੰਗ ਵਾਸਤੇ ਬਾਹਰ ਵੀ ਭੇਜਦੇ ਹੋ? ਬਿਲਕੁਲ ਬਿਲਕੁਲ, ਮੈਂ ਇਹੀ ਕਿਹਾ ਸੀ ਨਾ ਕਿ ਇਹਨਾਂ ਕੋਰਸਿਸ ਦੀ ਇਹੀ ਖੂਬਸੂਰਤੀ ਹੈ ਕਿ ਪੜ੍ਹਾਈ ਤੋਂ ਬਾਅਦ ਟ੍ਰੇਨਿੰਗ ਨਹੀਂ, ਇਹ ਕੋਰਸ ਕਰਦੇ ਕਰਦੇ ਤੁਹਾਨੂੰ ਨਾਲੋਂ ਨਾਲ ਟ੍ਰੇਨਿੰਗ ਕਰਾਈ ਜਾਂਦੀ ਹੈ ਜੀ। ਤੇ ਉਸ ਟ੍ਰੇਨਿੰਗ ਦੇ ਵਿੱਚ ਉਹ ਜਦੋਂ ਬੱਚੇ ਬਾਹਰ ਜਾਂਦੇ ਨੇ, ਉਹ ਮਤਲਬ ਆਪਣੇ ਰਾਜ ਦੇ ਵਿੱਚ ਜਾਂ ਰਾਜ ਤੋਂ ਵੀ ਬਾਹਰ ਜਾ ਕੇ ਟ੍ਰੇਨਿੰਗ ਹਾਸਿਲ ਕਰ ਸਕਦੇ ਨੇ? ਉਹ ਤੁਸੀਂ ਡਿਸਾਈਡ ਕਰਦੇ ਹੋ ਜਾਂ ਕਿ ਬੱਚਾ ਖੁਦ ਆਪਣੇ ਆਪ ਸੋਚਦਾ ਹੈ ਕਿ ਮੈਂ ਇੱਥੇ ਜਾ ਕੇ ਟ੍ਰੇਨਿੰਗ ਹਾਸਿਲ ਕਰਨੀ ਹੈ? ਅਸਲ 'ਚ ਅਸੀਂ ਸਾਡੇ MOU ਸਾਈਨ ਹੋਏ ਹੁੰਦੇ ਆ, ਅਸੀਂ ਮਿਊਚੁਅਲ ਅੰਡਰਸਟੈਂਡਿੰਗ ਹੁੰਦੀ ਹੈ ਕੰਪਨੀਜ਼ ਦੇ ਨਾਲ, ਫਿਰ ਉਹਨਾਂ ਕੰਪਨੀਜ਼ ਦੇ ਵਿੱਚ ਹੀ ਅਸੀਂ ਆਪਣੇ ਬੱਚਿਆਂ ਨੂੰ ਭੇਜਦੇ ਹਾਂ ਔਰ ਉੱਥੋਂ ਹੋਰ ਜ਼ਿਆਦਾ ਮੁਹਾਰਤ ਹਾਸਲ ਕਰਕੇ ਵਾਪਸ ਆਉਂਦੇ ਆ, ਫਿਰ ਆਪਣੇ ਕੰਮਕਾਰ 'ਚ ਲੱਗ ਜਾਂਦੇ ਆ। ਤੇ ਇਹ ਜਿਹੜਾ ਤੁਸੀਂ ਭੇਜਦੇ ਹੋ ਟ੍ਰੇਨਿੰਗ ਵਾਸਤੇ, ਉਹਦਾ ਕੀ ਇੱਕ ਤਰੀਕਾ ਕੀ ਰਹਿੰਦਾ ਹੈ, ਔਰ ਉਸ ਤੋਂ ਬਾਅਦ ਕੀ ਉਹ ਸਰਟੀਫਿਕੇਟ ਦਿੰਦੇ ਆਪਣਾ ਜਾਂ ਕੀ ਹੁੰਦਾ ਹੈ ਉਦੋਂ ਬਾਅਦ? ਹਾਂ ਬਿਲਕੁਲ, ਸਰਟੀਫਿਕੇਟ ਹਰ ਕੋਰਸ ਦਾ ਸਰਟੀਫਿਕੇਟ ਮਿਲਦਾ ਹੈ ਔਰ ਕੰਪਨੀਜ਼ ਜਿਹੜੀਆਂ ਹੈਗੀਆਂ ਜਿਨ੍ਹਾਂ ਨਾਲ ਸਾਡੇ MOU ਸਾਈਨ ਹੋਏ ਆ ਉਹਨਾਂ ਦੇ ਸਰਟੀਫਿਕੇਟ ਵੀ ਨਾਲ ਮਿਲਦੇ ਆ ਔਰ ਇਹ ਤੁਹਾਨੂੰ ਕੱਲ੍ਹ ਨੂੰ ਫਿਰ ਜਦੋਂ ਤੁਸੀਂ ਜੌਬ ਕਰਦੇ ਹੋ ਉਸ ਵੇਲੇ ਕੰਮ ਆਉਂਦੇ ਆ। ਯਾਨੀ ਬੱਚਾ ਉੱਥੇ ਜਾਂਦਾ ਹੈ, ਉੱਥੇ ਜਾ ਕੇ ਆਪਣਾ ਜੋ ਵੀ ਸਿੱਖਦਾ ਹੈ, ਸਿੱਖਣ ਤੋਂ ਬਾਅਦ ਉਹ ਕੰਪਨੀ ਤੋਂ ਜਿੱਥੋਂ ਸਿੱਖਿਆ ਉਹ ਵੀ ਆਪਣਾ ਸਰਟੀਫਿਕੇਟ ਦਿੰਦੀ, ਕਾਲਜ ਤਾਂ ਦਿੰਦਾ ਹੀ ਦਿੰਦਾ, ਅਦਾਰਾ ਤਾਂ ਆਪਣਾ ਸਰਟੀਫਿਕੇਟ ਦਿੰਦਾ ਹੀ ਦਿੰਦਾ, ਜਿਹੜੀ ਕੰਪਨੀ ਹੈ ਉਹ ਵੀ ਆਪਣਾ ਸਰਟੀਫਿਕੇਟ ਦਿੰਦੀ ਹੈ। ਤੇ ਇਹ ਜਿਹੜੀ ਉੱਥੇ ਜਾ ਕੇ ਟ੍ਰੇਨਿੰਗ ਕਰਦੇ ਹਾਂ ਅਸੀਂ ਕਿਸੇ ਦੇ, ਉਹ ਕਿੰਨੇ ਸਮੇਂ ਵਾਸਤੇ ਤੁਸੀਂ ਬਾਹਰ ਭੇਜਦੇ ਹੋ ਬੱਚੇ? 1 ਮਹੀਨੇ ਲਈ, ਕਈ ਵਾਰੀ ਉਹ ਲੋੜ ਦੇ ਮੁਤਾਬਕ ਹੁੰਦਾ ਕਿ ਕਿਸ ਤਰ੍ਹਾਂ ਦਾ ਸਬਜੈਕਟ ਹੈ ਔਰ ਉਹਨੂੰ ਕਿੰਨੀ ਕੁ ਲੋੜ ਹੈ। ਕਈ ਵਾਰੀ 15 ਦਿਨ ਲਈ, ਕਈ ਵਾਰੀ 20 ਦਿਨ ਲਈ, 3 ਹਫ਼ਤੇ ਲਈ, ਉਹ ਡਿਪੈਂਡ ਕਰਦਾ ਹਰ ਸਬਜੈਕਟ ਟੂ ਸਬਜੈਕਟ। ਤੇ ਉਹਦਾ ਫਿਰ ਬਾਅਦ 'ਚ ਕੋਈ ਇਮਤਿਹਾਨ ਵੀ ਹੁੰਦਾ ਵੀ ਕੀ ਸਿੱਖ ਕੇ ਆਇਆ ਉੱਥੇ ਤੇ ਕਿਵੇਂ? ਨਹੀਂ, ਉਹ ਨਾਲ ਟੀਚਰਸ ਵੀ ਜਾਂਦੇ ਆ, ਉਹ ਦੇਖਦੇ ਆ ਕਿ ਬੱਚੇ ਉੱਥੇ ਪੂਰੀ ਤਰ੍ਹਾਂ ਇਨਵੋਲਵ ਕਰਦੇ ਆਪਣੇ ਆਪ ਨੂੰ। ਅਸਲ 'ਚ ਗੁਰਵਿੰਦਰ, ਜਿਹੜੇ ਬੱਚੇ ਕਿੱਤਾ ਮੁਖੀ ਕੋਰਸਿਸ ਲਈ ਆਉਂਦੇ ਆ ਨਾ, ਉਹ ਬੱਚੇ ਮੈਨੂੰ ਲੱਗਦਾ ਹੁੰਦਾ ਕਿ ਉਹਨਾਂ ਦੇ ਅੰਦਰ ਇੱਕ ਜਜ਼ਬਾ ਹੈ ਕੁਝ ਕਰਨ ਦਾ, ਉਹ ਚਾਹੁੰਦੇ ਆਪਣੀ ਥਾਂ ਬਣਾਉਣੀ, ਆਪਣਾ ਨਾਮ ਬਣਾਉਣਾ, ਇਸ ਕਰਕੇ ਉਹ ਪੂਰੀ ਤਰ੍ਹਾਂ ਨਾਲ ਸ਼ਿੱਦਤ ਦੇ ਨਾਲ ਸਿੱਖਦੇ ਆ, ਪੂਰੀ ਤਰ੍ਹਾਂ ਇਨਵੋਲਵ ਕਰਦੇ ਆ। ਸਾਡੇ ਕਾਲਜ ਦੇ ਵਿੱਚ ਹੀ ਜੀ ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਦੇ ਨਾਲ, ਫਾਈਨ ਆਰਟਸ ਡਿਪਾਰਟਮੈਂਟ ਦੇ ਨਾਲ, ਉਹਨਾਂ ਨੂੰ ਪਤਾ ਹੈ ਕਿ ਜੇ ਪੇਂਟਿੰਗ ਵੀ ਸਿੱਖ ਲਵਾਂਗੇ ਤੇ ਫੈਸ਼ਨ ਦੀ ਦੁਨੀਆ 'ਚ ਹੋਰ ਜ਼ਿਆਦਾ ਨਾਮ ਅਸੀਂ ਕਮਾ ਸਕਦੇ ਹਾਂ। ਇਸ ਕਰਕੇ ਬੱਚੇ ਜਿਹੜੇ ਉਹ ਐਟ ਏ ਟਾਈਮ ਕਿੰਨੇ ਕੋਰਸਿਸ ਕਰੀ ਜਾ ਰਹੇ ਔਰ ਸਿੱਖ ਰਹੇ ਆ। ਬਿਲਕੁਲ ਤੁਸੀਂ ਸਹੀ ਕਿਹਾ। ਔਰ ਲੜਕੀਆਂ ਖਾਸ ਤੌਰ ਤੇ ਜਿਹੜੀਆਂ ਨੇ, ਜਿਨ੍ਹਾਂ ਦੇ ਵਾਸਤੇ ਪਹਿਲੇ ਲੱਗਦਾ ਸੀ ਵੀ ਮੌਕੇ ਨਹੀਂ, ਹੁਣ ਤੇ ਬਹੁਤ ਸਾਰੇ ਮੌਕੇ, ਜਿੱਦਾਂ ਤੁਸੀਂ ਦੱਸ ਰਹੇ ਹੋ ਉਹਦੇ ਹਿਸਾਬ ਨਾਲ ਤਾਂ ਬਹੁਤ ਸਾਰੇ ਚੰਗੇ ਮੌਕੇ ਨਜ਼ਰ ਆ ਰਹੇ ਨੇ। ਔਰ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੈ ਕਦੋਂ ਕਿੱਥੇ ਤੁਹਾਨੂੰ ਕਿਸ ਚੀਜ਼ ਦੀ, ਜੇ ਤੁਸੀਂ ਸਿੱਖੇ ਹੈ ਤਾਂ ਫਿਰ ਉਹ ਕਿਤੇ ਨਾ ਕਿਤੇ ਤੁਹਾਡੇ ਕੋਲ ਵਿੱਦਿਆ ਜਿਹੜੀ ਕੰਮ ਆ ਸਕਦੀ ਹੈ। ਔਰ ਅਸੀਂ ਤਾਂ ਕਿੱਤਾ ਮੁਖੀ ਸਿੱਖਿਆ ਦੀ ਗੱਲ ਕਰ ਰਹੇ ਹਾਂ, ਜਿਹੜਾ ਕਿ ਤੁਹਾਨੂੰ ਕਿਰਤ ਦੇ ਨਾਲ ਜੋੜਦੀ ਹੈ। ਜਦੋਂ ਸਾਡੇ ਕੋਲ ਬੱਚੇ ਸਿੱਖ ਕੇ ਕਿਸੇ ਜਗ੍ਹਾ ਤੇ ਲੱਗ ਗਏ ਔਰ ਉਸ ਤੋਂ ਬਾਅਦ ਜਿੱਦਾਂ ਕਿ ਮੈਂ ਪਹਿਲੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਤਾਂ ਮੈਂ ਆਹ ਸਿੱਖਿਆ ਸਿੱਖ ਲਈ, ਕਿੱਤਾ ਮੁਖੀ ਸਿੱਖਿਆ, ਹੁਣ ਮੈਂ ਇਹਦੇ ਨਾਲ ਦੂਜਾ ਡਿਪਲੋਮਾ ਵੀ ਕੋਈ ਹੋਰ ਕਰਨਾ ਚਾਹੁੰਦੀ ਹਾਂ, ਯਾਨੀ ਅਗਰ ਕਾਸਮੈਟੋਲੋਜੀ ਦਾ ਕੀਤਾ ਤਾਂ ਮੈਂ ਅੱਗੇ ਉਹ ਬਿਊਟੀ ਦਾ, ਫੈਸ਼ਨ ਦਾ ਵੀ ਕਰਨਾ ਚਾਹੁੰਦੀ ਹਾਂ, ਤਾਂ ਕਿ ਉਹ ਵੀ ਅੱਗੇ ਸਕੋਪ ਹੈ ਚੇਂਜ ਕਰਨ ਦਾ ਜਾਂ ਬਦਲਣ ਦਾ? ਬਿਲਕੁਲ, ਐਟ ਏ ਟਾਈਮ ਵੀ ਕਰ ਸਕਦੇ ਹਾਂ। ਇੱਕ ਪਾਸੇ ਤੁਸੀਂ ਫੈਸ਼ਨ ਡਿਜ਼ਾਈਨਿੰਗ ਕਰ ਰਹੇ ਹੋ, ਦੂਜੇ ਪਾਸੇ ਤੁਸੀਂ ਨਾਲ ਜੇ ਤੁਹਾਨੂੰ ਮਨੀ ਮੈਟਰਸ ਦੀ ਸਮਝ ਹੈ, ਤੁਸੀਂ ਰਿਟੇਲ ਮੈਨੇਜਮੈਂਟ ਵੀ ਕਰ ਸਕਦੇ ਹੋ, ਤੁਸੀਂ ਕੰਪਿਊਟਰਸ ਵੀ ਕਰ ਸਕਦੇ ਹੋ, ਤੁਸੀਂ ਕਿਸੇ ਵੀ ਫੀਲਡ 'ਚ ਜਾ ਸਕਦੇ ਹੋ। ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਇੱਕੋ ਜਗ੍ਹਾ ਤੇ ਬੱਝ ਗਏ, ਇੱਦਾਂ ਨਹੀਂ ਹੈ, ਤੁਸੀਂ ਕੁਝ ਵੀ ਸਿੱਖ ਸਕਦੇ ਹੋ, ਸਿੱਖਣ ਤੋਂ ਤਾਂ ਕੋਈ ਮਨਾਹੀ ਨਹੀਂ ਹੈ। ਤੇ ਉਹਦੇ 'ਚ ਫਿਰ ਸ਼ੁਰੂ ਤੋਂ ਸ਼ੁਰੂ ਕਰਨਾ ਪਏਗਾ ਜਾਂ ਜਿਹਦੇ ਕਿਸੇ ਨੇ ਸਾਲ ਦਾ ਡਿਪਲੋਮਾ ਕਿਸੇ ਹੋਰ ਚੀਜ਼ ਦਾ ਕਰ ਲਿਆ ਫਿਰ? ਨਹੀਂ, ਉਹ ਤਾਂ ਕੁਦਰਤੀ ਹੈ ਕਿ ਜਦੋਂ ਜੇ ਤੁਸੀਂ ਇੱਕ ਪਾਸੇ ਕੰਪਿਊਟਰਸ ਦੇ ਵਿੱਚ ਕੁਝ ਕਰ ਰਹੇ ਹੋ ਤੇ ਦੂਜੇ ਪਾਸੇ ਤੁਸੀਂ ਫੈਸ਼ਨ 'ਚ ਵੀ ਕੁਝ ਕਰਨਾ ਚਾਹੁੰਦੇ ਹੋ ਤਾਂ ਫਿਰ ਸ਼ੁਰੂ ਤੋਂ ਹੀ ਕਰਨਾ ਪਏਗਾ। ਪਰ ਉਹਦੇ ਲਈ ਫਿਰ ਸਾਨੂੰ ਕਰਨਾ ਪੈਂਦਾ ਕਿ ਟਾਈਮ ਮੈਨੇਜਮੈਂਟ ਜਿਹੜੀ ਹੈ ਉਹਦਾ ਬਹੁਤ ਧਿਆਨ ਰੱਖਣਾ ਪੈਂਦਾ ਕਿ ਇੱਦਾਂ ਦੇ ਜਿਹੜੇ ਬੱਚੇ ਹੁੰਦੇ ਆ ਬਹੁਤ ਜ਼ਿਆਦਾ ਜਿਹੜੇ ਅੱਗੇ ਵਧਣਾ ਚਾਹੁੰਦੇ ਆ, ਅਸੀਂ ਫਿਰ ਉਹਨਾਂ ਨੂੰ ਮੌਕੇ ਦਿੰਦੇ ਆ। ਸਾਡੇ ਟੀਚਰਸ, ਅਸੀਂ ਇੱਕ ਪੀਰੀਅਡ ਰੱਖਿਆ ਹੋਇਆ ਅਚੀਵਮੈਂਟ ਪੀਰੀਅਡ ਵਿੱਚੋਂ ਪੌਣੇ ਘੰਟੇ ਦਾ, ਉਹਦੇ 'ਚ ਅਸੀਂ ਫਿਰ ਟੀਚਰਸ ਨੂੰ ਕਿਹਾ ਹੋਇਆ ਕਿ ਜੇ ਕੋਈ ਬੱਚਾ ਜਿਹੜੇ ਵੀ ਸਬਜੈਕਟ 'ਚ ਆ ਕੇ ਕੁਝ ਵੱਖਰਾ ਕਰਨਾ ਚਾਹੁੰਦਾ ਤੇ ਉਹਨਾਂ ਨੂੰ ਟਾਈਮ ਦਿਓ ਔਰ ਉਹਨਾਂ ਨੂੰ ਸਿਖਾਓ। ਈਵਨ ਹੌਬੀ ਕਲਾਸਿਸ ਹੈ ਸਾਡੇ ਕਾਲਜ 'ਚ ਚੱਲ ਰਹੀਆਂ, ਉਹਦੇ 'ਚ ਵੀ ਹੌਬੀ ਕਲਾਸਿਸ 'ਚ ਵੀ ਅਸੀਂ, ਤੁਸੀਂ ਹੈਰਾਨ ਹੋਵੋਗੇ ਕਿ ਕਾਮਰਸ ਦੇ ਬੱਚੇ ਜਿਹੜੇ ਆ ਉਹ ਫੈਸ਼ਨ ਡਿਜ਼ਾਈਨਿੰਗ ਦੀਆਂ ਹੌਬੀ ਕਲਾਸਿਸ ਅਟੈਂਡ ਕਰ ਰਹੇ ਆ, ਕੰਪਿਊਟਰਸ ਦੇ ਬੱਚੇ ਜਿਹੜੇ ਆ ਉਹ ਕਾਸਮੈਟੋਲੋਜੀ ਦੇ ਵਿੱਚ ਆ ਰਹੇ ਆ, ਇਸ ਤਰ੍ਹਾਂ ਉਹਨਾਂ ਨੂੰ ਮੌਕੇ ਮਿਲ ਰਹੇ ਆ। ਅੱਛਾ, ਅੱਜ ਕੱਲ੍ਹ ਨਾ ਮੋਬਾਈਲ ਦਾ ਬਹੁਤ ਜ਼ਿਆਦਾ ਚਲਨ ਵੱਧ ਗਿਆ,
ਤੁਹਾਨੂੰ ਲੱਗਦਾ ਹੈ ਕਿ ਕਿੱਤਾ ਮੁਖੀ ਸਿੱਖਿਆ ਦੇ ਵਿੱਚ ਮੋਬਾਈਲ ਦਾ ਵੀ ਕੋਈ ਸਕਾਰਾਤਮਕ ਕੋਈ ਪਹਿਲੂ ਹੈ ਵੀ ਉਹਦੀ ਟ੍ਰੇਨਿੰਗ ਜਾਂ ਰਿਪੇਅਰ ਜਾਂ ਉੱਦਾਂ ਦੀ ਚੀਜ਼ ਵੀ ਆਪਾਂ ਜੋੜੀ ਹੋਈ ਹੈ? ਬਿਲਕੁਲ ਨੈਟਵਰਕਿੰਗ ਦਾ ਜਿਹੜਾ ਹੈ ਉਹਦੇ ਵਿੱਚ ਤਾਂ ਬਹੁਤ ਸਾਰਾ ਇੱਕ ਕੰਪਿਊਟਰ ਦੇ ਵਿੱਚ ਹਾਰਡਵੇਅਰ ਦਾ ਕੋਈ ਕੋਰਸ ਹੈ ਜਿਹਦੇ ਵਿੱਚ ਲੜਕੀਆਂ ਕੰਪਿਊਟਰ ਦੀ ਰਿਪੇਅਰ ਕਰਨੀਆਂ ਸਿੱਖ ਰਹੀਆਂ। ਸਾਡੇ ਕਾਲਜ ਵਿੱਚ ਵੀ ਕਮਿਊਨਿਟੀ ਕਾਲਜ ਦੇ ਅੰਡਰ ਇੱਕ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਕੋਰਸ ਹੈ ਜਿਹਦੇ ਵਿੱਚ ਕੰਪਿਊਟਰਸ ਦੀ ਉਹ ਰਿਪੇਅਰ ਕਰਦੀਆਂ ਬੱਚੀਆਂ। ਤੇ ਮੋਬਾਈਲ ਵਗੈਰਾ ਵੀ ਉਹ ਸਾਰਾ ਕਰ ਲੈਂਦੇ ਸਾਰਾ ਕੁਝ? ਉਹ ਅਲੱਗ-ਅਲੱਗ ਕੋਰਸਿਸ ਹੈਗੇ ਆ, ਸਾਡੇ ਕੋਲ ਨਹੀਂ ਹੈ ਇਸ ਤਰ੍ਹਾਂ ਪਰ ਉਦਾਂ ਹੈਗੇ ਕੰਪਿਊਟਰਸ ਦਾ। ਹਾਂ ਬਿਲਕੁਲ ਹੈਗੇ ਕੋਰਸਿਸ ਸਾਰੇ ਇਦਾਂ ਦੇ ਹੈਗੇ ਆ। ਇਲੈਕਟ੍ਰਿਸਿਟੀ ਦਾ ਤੁਸੀਂ ਕਰ ਸਕਦੇ ਆ, ਪਲੰਬਿੰਗ ਦਾ ਤੁਸੀਂ ਡਿਪਲੋਮਾ ਹੈ ਉਹ ਕਰ ਸਕਦੇ ਆ, ਹਾਊਸ ਕੀਪਿੰਗ ਦਾ ਕਰ ਸਕਦੇ ਆ, ਗਾਰਡਨਿੰਗ ਦਾ ਕਰ ਸਕਦੇ ਆ। ਹਰ ਫੀਲਡ ਦੇ ਵਿੱਚ ਜਿਹੜਾ ਹੈ ਕੋਰਸਿਸ ਹੈਗੇ ਆ। ਇੱਕ ਹੁੰਦਾ ਵੀ ਕਿਸੇ ਵੇਲੇ ਕਹਿੰਦਾ ਵੀ ਇਸ ਚੀਜ਼ ਦਾ ਇਸ ਵੇਲੇ ਬੂਮ ਹੈ ਨਾ, ਬਹੁਤ ਜ਼ਿਆਦਾ ਚੱਲਦਾ ਪਿਆ, ਪਰ ਚੱਲਣ ਦੇ ਵਿੱਚ ਇਹਨਾਂ ਸਾਰੇ ਕਿੱਤਾ ਮੁਖੀ ਕੋਰਸਿਸ ਦੇ ਵਿੱਚ ਖਾਸ ਤੌਰ 'ਤੇ ਲੜਕੀਆਂ ਦੇ ਲਈ ਤੁਹਾਨੂੰ ਲੱਗਦਾ ਹੈ ਕਿ ਇਹ ਵਾਲਾ ਜਿਹੜਾ ਸਭ ਤੋਂ ਜ਼ਿਆਦਾ ਇਸ ਵੇਲੇ ਲੋਕੀ ਇਹਨੂੰ ਪਸੰਦ ਕਰ ਰਹੇ ਨੇ ਜਾਂ ਕਿ ਸਾਰੇ ਹੀ ਕੋਰਸਿਸ ਦੇ ਵਿੱਚ? ਪਸੰਦ ਜਿਹੜਾ ਕੀਤਾ ਜਾ ਰਿਹਾ ਉਹ ਇਸ ਵੇਲੇ ਫੈਸ਼ਨ ਡਿਜ਼ਾਈਨਿੰਗ ਜਿਹੜਾ ਹੈ ਇਸ ਡਿਪਾਰਟਮੈਂਟ ਦੇ ਵਿੱਚ। ਇਹ ਡਿਪਾਰਟਮੈਂਟ ਸਾਡਾ ਤਾਂ ਪੂਰਾ ਹੀ ਭਰਿਆ ਰਹਿੰਦਾ, ਸੀਟਸ ਭਰ ਜਾਂਦੀਆਂ ਔਰ ਸਾਡੇ ਕੋਲ ਜਗ੍ਹਾ ਨਹੀਂ ਹੁੰਦੀ। ਔਰ ਇਹਦੇ 'ਚ ਬਹੁਤ ਇੰਟਰਸਟ ਲੈ ਰਹੇ, ਕੋਸਮਟੋਲੋਜੀ 'ਚ ਵੀ ਬਹੁਤ ਇੰਟਰਸਟ ਲੈ ਰਹੇ ਬੱਚੇ। ਕੰਪਿਊਟਰ ਸਾਇੰਸ ਦਾ ਤਾਂ ਖੈਰ ਹੈ ਹੀ ਆ, ਕਾਮਰਸ ਤਾਂ ਹੈ ਹੀ ਆ, ਸਾਰੇ ਸਬਜੈਕਟਸ ਜਿਹੜੇ ਹੈ, ਪਰ ਸਭ ਤੋਂ ਜ਼ਿਆਦਾ ਜਿਹੜਾ ਟ੍ਰੈਂਡ ਇਸ ਵੇਲੇ ਉਹ ਫੈਸ਼ਨ ਡਿਜ਼ਾਈਨਿੰਗ ਦਾ ਹੈ। ਸੋ ਮੇਰੇ ਖਿਆਲ ਦੇ ਵਿੱਚ ਅੱਜ ਬੜੀ ਖੂਬਸੂਰਤ ਤੁਸੀਂ ਜਾਣਕਾਰੀ ਦਿੱਤੀ, ਔਰ ਜਿਨ੍ਹਾਂ ਦੇ ਮਨ ਦੇ ਵਿੱਚ ਹੈ ਕਿ ਮੈਂ ਰਵਾਇਤੀ ਸਿੱਖਿਆ ਦੇ ਨਾਲ ਨਾਲ ਕਿੱਤਾ ਮੁਖੀ ਸਿੱਖਿਆ ਵੀ ਹਾਸਲ ਕਰਨੀ, ਔਰ ਖ਼ਾਸ ਤੌਰ 'ਤੇ ਲੜਕੀਆਂ, ਅੱਜ ਦੇ ਪ੍ਰੋਗਰਾਮ ਤੋਂ ਤੁਹਾਡੀਆਂ ਗੱਲਾਂ ਤੋਂ ਉਹਨਾਂ ਨੂੰ ਜ਼ਰੂਰ ਢੇਰ ਸਾਰੀ ਇਸ ਜਾਣਕਾਰੀ ਤੋਂ ਲਾਭ ਹੋਏਗਾ। ਅਸੀਂ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਆਉਣ 'ਤੇ ਔਰ ਇੰਨੀ ਲਾਹੇਵੰਦ ਜਾਣਕਾਰੀ ਸਾਡੇ ਤੱਕ ਔਰ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਸ਼ੁਕਰੀਆ ਤੁਸੀਂ ਸਾਡੇ ਕੋਲ ਆਏ। ਮਿਹਰਬਾਨੀ।